ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਸਤਿਗੁਰੂ ਮਹਾਰਾਜ ਨੇ ਧਰਮੀ ਪਹਿਰਾਵਾ ਪਾ ਕੇ ਧਰਮ ਦਾ ਅਡੰਬਰ ਰਚ ਕੇ ਔਰ ਇੱਕ ਪਖੰਡ ਦਾ ਰੂਪ ਬਣਾ ਕੇ ਦੁਨੀਆ ਨੂੰ ਲੋਕਾਂ ਨੂੰ ਆਪਣੇ ਵੱਸ ਕਰਨ ਦਾ ਯਤਨ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਉਹਦੇ ਅਧਿਆਤਮਿਕ ਜੀਵਨ ਉਹਦੇ ਚਰਿੱਤਰ ਨੂੰ ਦੱਸਦਿਆਂ ਹੋਇਆਂ ਸਮਝਾਉਣਾ ਕੀਤਾ ਕਿ ਤੂੰ ਇਹ ਝੂਠ ਬੋਲ ਕੇ ਲੋਕਾਂ ਨੂੰ ਠੱਗ ਸਕਦਾ ਹੈ, ਪਰ ਇਸ ਤੇਰੇ ਝੂਠ ਦੇ ਨਾਲ ਪਰਮੇਸ਼ਵਰ ਪ੍ਰਸੰਨ ਨਹੀਂ ਹੋ ਸਕਦੇ। ਇਸ ਲਈ ਧਰਮ ਨੂੰ ਜੀਵਨ ਦੇ ਵਿੱਚ ਅਮਲ ਕਰਕੇ ਕਮਾਉਣਾ ਪਏਗਾ, ਫਿਰ ਜਾ ਕੇ ਉਸ ਮਾਲਕ ਦੀਆਂ ਬਖਸ਼ਿਸ਼ਾਂ ਮਿਲਣੀਆਂ। ਸਤਿਗੁਰੂ ਮਹਾਰਾਜ ਜੀ ਜਿੱਥੇ ਉਸ ਵਿਦਵਾਨ ਉਸ ਪੰਡਿਤ ਨੂੰ ਸਮਝਾਉਣ ਦਾ ਯਤਨ ਕੀਤਾ, ਉੱਥੇ ਵੱਖ-ਵੱਖ ਜਿੰਨੇ ਲੋਕ ਨੇ ਉਹਨਾਂ ਨੂੰ ਵੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਪ੍ਰਾਣੀ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪ, ਇੱਕ ਪਰਮੇਸ਼ਵਰ ਦੇ ਨਾਮ ਨੂੰ ਧਿਆ, ਸ਼ਬਦ ਉਚਾਰਿਆ ਜੋ ਰਾਗ ਮਲਾਰ ਦੇ ਵਿੱਚ ਹੈ, 4 ਪਦਿਆਂ ਦੇ ਰੂਪ ਵਿੱਚ ਹੈ। ਜਿਸ ਪਾਵਨ ਸ਼ਬਦ ਦੇ 2 ਪਦਿਆਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਨ ਕੀਤੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਪ੍ਰਾਣੀ ਏਕੋ ਨਾਮ ਧਿਆਵੋ। ਹੇ ਪ੍ਰਾਣੀ ਹਰ ਇੱਕ ਨੂੰ ਆਖਿਆ, ਭਾਵੇਂ ਉਹ ਕਿਸੇ ਵੀ ਧਰਮ ਦਾ ਹੈ, ਵਰਨ ਦਾ ਹੈ, ਕਿਸੇ ਵੀ ਦਿਸ਼ਾ ਵੱਲ ਰਹਿੰਦਾ ਹੈ, ਕਿਸੇ ਵੀ ਮੁਲਕ ਵਿੱਚ ਰਹਿੰਦਾ ਹੈ, ਹਰ ਇੱਕ ਨੂੰ ਸਾਂਝੇ ਤੌਰ 'ਤੇ ਆਵਾਜ਼ ਦੇ ਕੇ ਆਖਿਆ ਪ੍ਰਾਣੀ ਜਿਨ੍ਹਾਂ ਦੇ ਪ੍ਰਾਣ ਚੱਲਦੇ ਆ, ਜਿਨ੍ਹਾਂ ਦੇ ਜੀਵਨ ਦੇ ਸਵਾਸ ਚੱਲਦੇ ਨੇ, ਇੱਕ ਪਰਮੇਸ਼ਵਰ ਦੇ ਨਾਮ ਨੂੰ ਧਿਆਵੋ, ਆਪਣੀ ਪੱਤ ਸੇਤੀ ਘਰ ਜਾਵੋ। ਪੱਤ ਕਹਿੰਦੇ ਇੱਜ਼ਤ, ਸੇਤੀ ਕਹਿੰਦੇ ਨਾਲ, ਇੱਜ਼ਤ ਦੇ ਨਾਲ ਆਪਣੇ ਘਰ ਜਾਓ। ਅਤੇ ਸਾਡਾ ਸਰੀਰਕ ਤਲ 'ਤੇ ਘਰ ਉਹ ਹੈ ਜਿੱਥੇ ਅਸੀਂ ਆਪ ਬਣਾਇਆ ਜਾਂ ਬਣਾਇਆ ਲਿਆ ਅਤੇ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਇੱਕ ਘਰ ਆ ਸਾਡਾ ਸਰੀਰ ਹੈ ਜਿੱਥੇ ਜੀਵ ਆਤਮਾ ਰਹਿੰਦੀ ਹੈ, ਔਰ ਇੱਕ ਘਰ ਉਹ ਹੈ ਜਿੱਥੇ ਇਸ ਜੀਵ ਆਤਮਾ ਨੇ ਜਾ ਕੇ ਸਦਾ ਲਈ ਸਮਾ ਜਾਣਾ ਹੈ, ਪਰਮੇਸ਼ਵਰ ਦਾ ਘਰ। ਇੱਕ ਸਮਾਂ ਐਸਾ ਆਏਗਾ ਕਿ ਸਰੀਰ ਦਾ ਵੀ ਇੱਕ ਘਰ ਹੈ ਜਿੱਥੇ ਜਾ ਕੇ ਇਹਨੇ ਸਦਾ ਲਈ ਟਿਕ ਜਾਣਾ ਹੈ। ਉਹਨੂੰ ਸ਼ਮਸ਼ਾਨ ਆਖਦੇ ਨੇ, ਉਸ ਘਰ ਦਾ ਨਾਮ ਹੀ ਸ਼ਮਸ਼ਾਨ ਭੂਮੀ ਹੈ। ਪਰ ਅਸੀਂ ਆਪਣੇ ਘਰ ਜਿਹੜੇ ਆ ਉਹ ਬਣਾ ਕੇ ਜਿਹਦੇ ਵਿੱਚ ਰਹਿ ਰਹੇ ਹਾਂ, ਉਹ ਇੱਕ ਮਹਿਮਾਨ ਦੀ ਤਰ੍ਹਾਂ ਹਾਂ, ਇੱਕ ਪ੍ਰਾਹੁਣੇ ਦੀ ਤਰ੍ਹਾਂ ਹਾਂ। ਕਿਸੇ ਨੇ ਸਮਾਂ ਵੱਧ ਕੱਟਣਾ, ਕਿਸੇ ਨੇ ਘੱਟ, ਪਰ ਇੱਕ ਦਿਨ ਅਸਲ ਘਰ ਦੇ ਵਿੱਚ ਜੇ ਆਪ ਨਾ ਗਏ ਤੇ 4 ਬੰਦਿਆਂ ਨੇ ਲੈ ਜਾਣਾ। ਇਹ ਸਰੀਰ ਆਪਣੇ ਟਿਕਾਣੇ 'ਤੇ ਕਦੋਂ ਲੱਗੇਗਾ? ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚਾਹੋਂ ਜਣਿਆਂ ਦੇ ਕੰਨ। ਪਰ ਜਦੋਂ ਇਸ ਸਰੀਰ ਵਿੱਚੋਂ ਜਿੰਦ ਨੇ ਨਿਕਲਣਾ ਹੈ, ਅਤੇ ਜੇ ਉਹਨੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਾ ਕੀਤਾ, ਜੇ ਉਹਦੇ ਕੋਲ ਨਾਮ ਦਾ ਤੋਸਾ ਖਜ਼ਾਨਾ ਨਾ ਹੋਇਆ, ਅਤੇ ਫਿਰ ਇਸ ਜੀਵ ਨੂੰ ਆਪਣਾ ਅਸਲ ਘਰ ਨਾ ਮਿਲਿਆ, ਅਤੇ ਫਿਰ ਇਹ ਆਵਾਗਮਨ ਬਣਿਆ ਰਹਿਣਾ ਹੈ। ਇਹਨੂੰ ਇਸ ਤਰ੍ਹਾਂ ਵੀ ਇੱਕ ਦਿਨ ਬਿਆਨ ਕੀਤਾ ਸੀ ਕਿ ਜਿਹੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਆ ਨਾ, ਕਿੰਨੇ ਸਾਲ ਹੋ ਗਏ ਉਹਨਾਂ ਨੂੰ ਰਹਿੰਦੇ ਆ, ਔਰ ਕਿੰਨੇ ਸਾਲਾਂ ਵਿੱਚ ਕਿੰਨੇ ਘਰ ਬਦਲ ਚੁੱਕੇ ਨੇ, ਕਿਉਂਕਿ ਉਹ ਕਿਰਾਏ 'ਤੇ ਨੇ, ਪਤਾ ਨਹੀਂ ਕਿਹੜੇ ਵੇਲੇ ਘਰ ਬਦਲਣਾ ਪੈ ਜਾਏ। ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਸਾਡੀ ਇੱਕੋ ਹੀ ਆਸ ਹੈ ਕਿ ਸਾਨੂੰ ਕੋਈ ਆਪਣਾ ਘਰ ਮਿਲ ਜਾਏ। ਅਸੀਂ ਕਿਰਾਇਆਂ ਦੇ ਉੱਤੇ ਭਟਕਦੇ ਥੱਕ ਚੁੱਕੇ ਹਾਂ, ਬੜੇ ਘਰ ਬਦਲ ਚੁੱਕੇ ਹਾਂ। ਬਸ ਇਹ ਬਾਹਰੀ ਤੌਰ 'ਤੇ ਤਾਂ ਸਮਝ ਆ ਗਈ, ਪਰ ਇਹ ਨਹੀਂ ਸਮਝ ਆਈ ਵੀ ਆ ਵੀ ਇੱਕ ਕਿਰਾਏ ਦਾ ਹੀ ਘਰ ਹੈ। ਇਹ ਜੀਵ ਆਤਮਾ ਨੂੰ ਜਿੰਨਾ ਚਿਰ ਆਪਣਾ ਘਰ ਨਹੀਂ ਨਾ ਮਿਲਦਾ ਪਰਮੇਸ਼ਵਰ, ਉਨਾ ਚਿਰ ਇਹ ਕਿਰਾਏ ਦੇ ਘਰ ਮਿਲਦੇ ਰਹਿਣੇ ਆ, ਇਹ ਬਦਲਦੇ ਰਹਿਣੇ ਆ। ਪਰ ਇੱਕ ਮੌਕਾ ਮਿਲਿਆ ਇਸ ਮਨੁੱਖਾ ਜਨਮ ਦੇ ਵਿੱਚ ਕਿ ਅਸੀਂ ਇਹ ਸਦਾ ਲਈ ਬਾਰ-ਬਾਰ ਦੇ ਜਿਹੜੇ ਘਰ ਬਦਲਦੇ ਹਾਂ, ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਸੀਂ ਅਸਲ ਘਰ ਆਪਣਾ ਜਿਹੜਾ ਉਹ ਬਣਾ ਸਕਦੇ, ਲੈ ਸਕਦੇ ਹਾਂ, ਪਾ ਸਕਦੇ ਹਾਂ। ਇੱਕ ਮੌਕਾ ਦਿੱਤਾ ਹੈ, ਪਰ ਉਹਦੇ ਵਾਸਤੇ ਸਾਨੂੰ ਯਤਨ ਕਰਨਾ ਪਏਗਾ। ਸਾਹਿਬ ਨੇ ਆਖਿਆ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮੌਕਾ ਹੈ, ਤੂੰ ਆਪਣੇ ਅਸਲ ਘਰ ਨੂੰ ਇੱਥੇ ਪਾ ਸਕਦਾ ਹੈ। ਪਰ ਉਹਦੇ ਲਈ ਕਰਨਾ ਕੀ ਹੈ? ਪਰਮੇਸ਼ਵਰ ਦੇ ਨਾਮ ਦਾ ਜਾਪ, ਗੁਰਮੁਖਾਂ ਦੀ ਸੰਗਤ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਆਪਾਂ ਗੁਰਦੁਆਰਾ ਸਾਹਿਬ ਸੰਗਤ ਵਿੱਚ ਨਾਮ ਨਾਲ ਜੁੜਨ ਲਈ ਇਸੇ ਲਈ ਆਏ ਹਾਂ ਕਿ ਸਾਡੀ ਜਿੰਦ ਨੂੰ ਅਸਲ ਘਰ ਮਿਲ ਜਾਏ। ਇਹ ਜਿਹੜੀ ਸਾਡੀ ਜਿੰਦ ਹੈ, ਇਹ ਵੱਖ-ਵੱਖ ਘਰ ਬਦਲ ਚੁੱਕੀ ਹੈ। ਪਤਾ ਨਹੀਂ ਕਿਹੜੇ-ਕਿਹੜੇ ਘਰਾਂ 'ਚੋਂ ਨਿਕਲ ਕੇ ਇਸ ਜਿੰਦ ਨੂੰ ਆਹ ਮਨੁੱਖਾ ਜਨਮ ਵਾਲਾ ਘਰ ਮਿਲਿਆ ਹੈ। ਅਤੇ ਇਹਨੇ ਆ ਕੇ ਫਿਰ ਪੁਕਾਰ ਵੀ ਕੀਤੀ ਹੈ ਕਿ ਮਹਾਰਾਜ ਜੀ ਅਸੀਂ ਪਤਾ ਨਹੀਂ ਕਿੰਨੇ ਜਨਮਾਂ ਤੋਂ ਜਿਹੜਾ ਵਿਛੜ ਕੇ ਦੁੱਖ ਭੋਗ ਰਹੇ ਹਾਂ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਓ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਅਸਲ ਟਿਕਾਣੇ 'ਤੇ ਲੱਗਣਾ ਤਾਂ ਪ੍ਰਾਣੀ ਏਕੋ ਨਾਮ ਧਿਆਵੋ, ਇੱਕ ਨਾਮ ਨੂੰ ਧਿਆਓ, ਸੱਚੇ ਨਾਮ ਨੂੰ ਧਿਆਓ, ਆਪਣੀ ਪੱਤ ਸੇਤੀ ਘਰ ਜਾਓ, ਫਿਰ ਇੱਜ਼ਤ ਨਾਲ ਘਰ ਜਾਓ, ਤੁਹਾਨੂੰ ਆਪਣਾ ਘਰ ਨਸੀਬ ਹੋ ਜਾਏਗਾ। ਤੁਹਾਡੀ ਜਿੰਦ ਨੂੰ, ਜੀਵ ਆਤਮਾ ਨੂੰ, ਜਿਹੜਾ ਪੰਛੀ ਇਸ ਪਿੰਜਰੇ ਵਿੱਚ ਬੈਠਾ ਹੈ, ਇਹ ਪਤਾ ਨਹੀਂ ਪਹਿਲਾਂ ਕਿੰਨੇ ਪਿੰਜਰਿਆਂ 'ਚ ਰਹਿ ਕੇ ਆਇਆ, ਪਰ ਹੁਣ ਪੰਛੀ ਜਦੋਂ ਇਸ ਪਿੰਜਰੇ ਵਿੱਚੋਂ ਹਾੜ ਮਾਸ ਨਾਰੀ ਕੋ ਪਿੰਜਰ ਪੰਖੀ ਵਸੇ ਵਿਚਾਰਾ, ਜਦੋਂ ਆਹ ਪਿੰਜਰੇ 'ਚੋਂ ਪੰਛੀ ਨਿਕਲੇ ਅਤੇ ਇਹਨੂੰ ਦੁਬਾਰਾ ਕਿਸੇ ਪਿੰਜਰੇ ਦੀ ਲੋੜ ਨਾ ਪਵੇ, ਕਿਸੇ ਦੁਬਾਰਾ ਪਿੰਜਰੇ ਦੀ ਜ਼ਰੂਰਤ ਹੀ ਨਾ ਪਵੇ। ਕੀ ਕਰਨਾ ਪਏਗਾ? ਸਾਹਿਬ ਕਹਿੰਦੇ ਇੱਕ ਨਾਮ ਧਿਆਉਣਾ ਪਏਗਾ, ਸੱਚੇ ਨਾਮ ਨੂੰ ਧਿਆਉਣਾ ਪਏਗਾ। ਜਪ ਮਨ ਸਤ ਨਾਮ ਸਦਾ ਸਤਨਾਮ। ਇਸ ਲਈ ਸਤਿਗੁਰੂ ਮਹਾਰਾਜ ਨੇ ਜਿੱਥੇ ਪਾਵਨ ਬਚਨ ਬਖਸ਼ੇ, ਇਸੇ ਸ਼ਬਦ ਵਿੱਚ ਮਹਾਰਾਜ ਜੀ ਤੀਸਰੇ ਪਦੇ ਵਿੱਚ ਜੋ ਕਹਿ ਰਹੇ ਆ, ਉਹਨੂੰ ਬੜੇ ਪਿਆਰ ਨਾਲ ਸਮਝੀਏ ਜੀ। ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇਈ ਸੂਚੈ ਹੋਈ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੋਏ, ਜਿਹੜੇ ਗੁਰੂ ਵਾਲੇ ਬਣੇ, ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਸਨਮੁਖ ਕੀਤਾ, ਸੇ ਅੰਮ੍ਰਿਤ ਪਾਵਹਿ, ਉਹਨਾਂ ਨੇ ਉਹ ਅਮਰ ਕਰ ਦੇਣ ਵਾਲਾ ਅੰਮ੍ਰਿਤ ਜਲ ਪਾ ਲਿਆ। ਜਲ ਦਾ ਭਾਵ ਨਾਮ ਰੂਪੀ ਜਲ। ਜਿਨ੍ਹਾਂ ਨੇ ਉਹ ਅੰਮ੍ਰਿਤ ਰੂਪੀ ਜਲ ਪਾ ਲਿਆ ਹੈ, ਸੇਈ ਸੁਚੈ ਹੋਈ, ਉਹ ਨੇ ਅਸਲ ਵਿੱਚ ਸੁੱਚੇ। ਜ਼ਰੂਰੀ ਨਹੀਂ ਕਿ ਧਰਮ ਦਾ ਪਹਿਰਾਵਾ ਪਾ ਲਿਆ ਅਤੇ ਮੈਂ ਅੰਦਰੋਂ ਵੀ ਸੁੱਚਾ ਹੋ ਗਿਆ, ਮੇਰਾ ਜੀਵਨ ਵੀ ਸੁੱਚਾ, ਉੱਚਾ ਅਤੇ ਸੁੱਚਾ ਹੋ ਗਿਆ, ਮੈਂ ਆਚਰਣ ਕਰਕੇ ਵੀ ਚੰਗਾ ਹੋ ਗਿਆ, ਮੇਰੀ ਸੋਚ ਵੀ ਚੰਗੀ ਹੋ ਗਈ ਹੈ। ਜ਼ਰੂਰੀ ਨਹੀਂ। ਪਹਿਰਾਵਾ ਤਾਂ ਧਰਮ ਦਾ ਪਾ ਲਿਆ, ਪਰ ਸੋਚ ਹਜੇ ਵੀ ਮਾੜੀ ਹੈ। ਪਹਿਰਾਵਾ ਪਾ ਕੇ ਤੇ ਮੈਂ ਖਰਾ ਹੋ ਗਿਆ, ਪਰ ਅੰਦਰ ਮਨ ਵਿੱਚ ਤਾਂ ਖੋਟ ਹਜੇ ਵੀ ਹੈ। ਬਾਹਰੋਂ ਤੇ ਹੰਸ ਜਿਹੜਾ ਸੀ ਉਹ ਬਣ ਗਿਆ, ਪਰ ਅੰਦਰ ਬਗਲੇ ਵਾਲੀ ਬਿਰਤੀ ਤਾਂ ਹਜੇ ਵੀ ਹੈ।
ਬਾਹਰੋਂ ਤਾਂ ਸ਼ੁਭ ਗੁਣ ਦਾ ਪ੍ਰਗਟਾਵਾ ਕਰ ਲਿਆ, ਪਰ ਅੰਦਰ ਤਾਂ ਅਵਗੁਣ ਭਰੇ ਪਏ ਆ। ਤੇ ਜਿੰਨਾ ਚਿਰ ਅੰਦਰੋਂ ਅਵਗੁਣ ਨਹੀਂ ਨਿਕਲਣਗੇ, ਜਿੰਨਾ ਚਿਰ ਬਗਲੇ ਦੀ ਬਿਰਤੀ ਅੰਦਰੋਂ ਨਹੀਂ ਖਤਮ ਹੋਏਗੀ, ਜਿੰਨਾ ਚਿਰ ਮਨ ਵਿੱਚੋਂ ਦੀ ਖੋਟ ਨੀਅਤ ਨਹੀਂ ਜਿੰਨਾ ਚਿਰ ਸਾਫ਼ ਹੋਏਗੀ, ਉਹਨਾਂ ਚਿਰ ਸੁੱਚੇ ਹੋ ਹੀ ਨਹੀਂ ਸਕਦੇ। ਅਸੀਂ ਸੁੱਚਾ ਸ਼ਬਦ ਕਿੱਥੇ ਜੋੜਿਆ? ਮੂੰਹ ਵਿੱਚ ਪਾਣੀ ਰੱਖ ਕੇ ਕੁਰਲੀ ਕਰ ਲਓ, ਮੂੰਹ ਸੁੱਚਾ ਹੋ ਗਿਆ। ਹੱਥ ਧੋ ਲਓ ਪਾਣੀ ਨਾਲ, ਹੱਥ ਸੁੱਚੇ ਹੋ ਗਏ। ਪੈਰ ਧੋ ਲਓ, ਪੈਰ ਸੁੱਚੇ ਹੋ ਗਏ। ਪਰ ਗੁਰਬਾਣੀ 'ਚ ਤਾਂ ਕਿਤੇ ਨਹੀਂ ਲਿਖਿਆ ਹੋਇਆ ਕਿ ਹੱਥ ਪੈਰ ਪਾਣੀ ਨਾਲ ਧੋਣ ਨਾਲ ਸੁੱਚੇ ਹੋ ਜਾਂਦੇ ਆ। ਹਾਂ, ਇਹ ਧੋਤੇ ਜਾਂਦੇ ਆ, ਅਸੀਂ ਹੱਥ ਧੋ ਕੇ ਆਏ ਆ, ਅਸੀਂ ਹੱਥ ਪੈਰ ਧੋ ਕੇ ਫਿਰ ਗੱਲ ਮੂੰਹ ਦੀ ਕਰਾਂਗੇ ਤੇ ਮੂੰਹ ਤੇ ਸੁੱਚਾ ਕਦੇ ਹੁੰਦਾ ਹੀ ਨਹੀਂ ਹੈ। ਇਹਦੇ ਵਿੱਚ ਤਾਂ ਲਾਰ ਹਰ ਵੇਲੇ ਰਹਿੰਦੀ ਹੈ, ਸੁੱਚਾ ਤੇ ਰਹਿੰਦਾ ਹੀ ਨਹੀਂ ਹੈ। ਸੁੱਚਾ ਕਰਨਾ ਹੈ ਆਪਣੇ ਮਨ ਨੂੰ। ਮਨ ਮੈਲਾ ਹੈ ਤੇ ਮਨ ਜੇ ਮੈਲਾ ਹੈ ਤੇ ਮਹਾਰਾਜ ਕਹਿੰਦੇ ਫਿਰ ਤਨ ਸੁੱਚਾ ਕਿਵੇਂ ਹੋ ਜਾਏਗਾ? ਮਨ ਮੈਲਾ ਤਾਂ ਸਭ ਕੁਛ ਮੈਲਾ। ਇਸ ਲਈ ਇਹ ਪਿੰਡੇ ਨੂੰ ਧੋਣ ਨਾਲ ਸੁੱਚਮਤਾ ਨਹੀਂ ਬਣਨੀ। ਸੁੱਚਾ ਹੋਵੇ ਜਿਹਦੇ ਮਨ ਵਿੱਚ ਪਵਿੱਤਰ ਨਾਮ ਵਸ ਗਿਆ, ਸੱਚਾ ਸੁੱਚਾ ਨਾਮ ਜਿਹਦੇ ਮਨ ਵਿੱਚ ਵਸ ਗਿਆ। ਸੁੱਚੇ ਇਹ ਨਾ ਆਖੀਆਂ ਨ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ, ਜਿਹਦੇ ਮਨ 'ਚ ਵਸ ਗਿਆ। ਬਾਹਰੋਂ ਅਸੀਂ ਸਵਾਰ ਲਿਆ ਤੇ ਅਸੀਂ ਕਿਹਾ ਵੀ ਸਾਡਾ ਚੌਂਕਾ ਸੁੱਚਾ ਹੋ ਗਿਆ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਜਿਹੜੇ ਅੰਦਰ ਵਿਕਾਰ ਬੈਠੇ ਆ, ਸਗੋਂ ਉਹਨਾਂ ਨੇ ਹੋਰ ਇਹਨੂੰ ਭੇਟ ਦਿੱਤਾ। ਇਸ ਲਈ ਮਹਾਰਾਜ ਕਹਿੰਦੇ ਸੁੱਚਾ ਕੌਣ ਹੈ? ਗੁਰਮੁਖ ਧਿਆਵੈ ਹੈ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਧਿਆਵੈ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ। ਤੇ ਜਿਨ੍ਹਾਂ ਨੇ ਧਿਆਇਆ ਹੈ ਸੇ ਅੰਮ੍ਰਿਤ ਪਾਵੈ, ਉਹਨਾਂ ਨੇ ਅੰਮ੍ਰਿਤ ਰਸ ਪਾ ਲਿਆ, ਉਹਨਾਂ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਗਈ, ਆਤਮਿਕ ਜੀਵਨ ਜਿਉਣ ਦੀ ਜਾਚ ਆ ਗਈ ਉਹਨਾਂ ਨੂੰ। ਤੇ ਜਿਨ੍ਹਾਂ ਨੂੰ ਆਤਮਿਕ ਜੀਵਨ ਜਿਉਣ ਦੀ ਜਾਚ ਆ ਗਈ, ਅੰਮ੍ਰਿਤ ਰਸ ਪਾ ਲਿਆ, ਅੰਮ੍ਰਿਤ ਜਲ ਪ੍ਰਾਪਤ ਹੋ ਗਿਆ, ਸਤਿਗੁਰੂ ਮਹਾਰਾਜ ਕਹਿੰਦੇ ਸਹੀ ਸੁੱਚਾ ਹੋਈ। ਉਹ ਨੇ ਅਸਲ ਵਿੱਚ ਸੁਚਮਤਾ ਵਾਲੇ, ਉਹ ਉੱਚੇ ਤੇ ਸੁੱਚੇ ਜੀਵਨ ਵਾਲੇ, ਪਵਿੱਤਰ ਜੀਵਨ ਵਾਲੇ, ਉਹ ਗੁਰਮੁਖ ਜਨ ਹੁੰਦੇ ਹਨ। ਅਹਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ। ਮਹਾਰਾਜ ਕਹਿੰਦੇ ਜਿਹੜਾ ਦਾ ਮਨ ਮੈਲਾ ਨਾ, ਉਹ ਹੱਛੇ ਹੋ ਸਕਦੇ ਨੇ। ਹੁਣ ਭਾਂਡਾ ਅੰਦਰੋਂ ਮੈਲਾ ਤੇ ਆਪਾਂ ਬਾਹਰੋਂ ਜਿੰਨਾ ਮਰਜ਼ੀ ਉਹਨੂੰ ਚਮਕਾ ਲਈਏ ਤੇ ਪਦਾਰਥ ਤਾਂ ਭਾਂਡੇ ਦੇ ਵਿੱਚ ਪੈਣਾ, ਭਾਂਡੇ ਦੇ ਬਾਹਰ ਤਾਂ ਪਦਾਰਥ ਪੈਣਾ ਹੀ ਨਹੀਂ। ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਵੋ। ਭਾਂਡਾ ਧੋਵੋ ਪਹਿਲਾਂ ਆਪਣੇ ਅੰਦਰ ਦਾ। ਆ ਦਿਮਾਗ ਇੱਕ ਭਾਂਡਾ ਹੈ, ਇਸ ਭਾਂਡੇ ਵਿੱਚ ਕਿੰਨੀ ਗੰਦਗੀ ਭਰੀ ਪਈ ਹੈ। ਜਦੋਂ ਆਪਾਂ ਸਮਾਜ ਵਿੱਚ ਵੇਖਦੇ ਹਾਂ ਮਨੁੱਖਤਾ ਦੀ ਹਾਲਤ, ਤੇ ਬੰਦੇ ਦਾ ਦਿਮਾਗ ਕਿੰਨਾ ਗੰਦਗੀ ਨਾਲ ਭਰਿਆ ਪਿਆ। ਅੰਦਰੋਂ ਭਾਂਡਾ ਇੰਨਾ ਮੈਲਾ ਹੋਇਆ, ਭਾਂਡਾ ਅਤ ਮਲੀਨ, ਥੋੜਾ ਬਹੁਤ ਵੀ ਨਹੀਂ। ਮਹਾਰਾਜ ਕਹਿੰਦੇ ਅਤ ਮਲੀਨ ਹੋਇਆ ਪਿਆ ਭਾਂਡਾ, ਇਹਨੂੰ ਪਹਿਲਾਂ ਵਾਸ਼ ਤਾਂ ਕਰੀਏ, ਪਹਿਲਾਂ ਇਹਨੂੰ ਧੋਈਏ ਤਾਂ ਸਹੀ। ਦੁੱਧ ਦਾ ਅਰਥ ਹੈ ਗੁਰਬਾਣੀ। ਇਹ ਗੁਰਬਾਣੀ ਅਸੀਂ ਕਹਿੰਦੇ ਜੀ ਬੜੀ ਬਾਣੀ ਪੜ੍ਹੀ ਆ, ਬਣੀ ਪੜ੍ਹੀ ਆ, ਕੀ ਕਰੀਏ? ਦਿਮਾਗ 'ਚ ਬੈਠਦੀ ਨਹੀਂ, ਬੈਠੇਗੀ ਕਿੱਥੇ? ਭਾਂਡਾ ਤੇ ਸਾਫ਼ ਨਹੀਂ ਅੰਦਰੋਂ। ਭਾਂਡਾ ਸਾਫ਼, ਦੁੱਧ ਹੀ ਆਇਆ, ਦੁੱਧ ਪਾ ਕੇ ਚਲਾ ਗਿਆ, ਦੁੱਧ ਫਟ ਗਿਆ, ਖਰਾਬ ਹੋ ਗਿਆ। ਅਸੀਂ ਆਖਿਆ ਵੀ ਦੁੱਧ ਹੀ ਤੇਰਾ ਦੁੱਧ ਵਧੀਆ ਨਹੀਂ ਸੀ। ਉਹ ਕਹਿੰਦਾ ਮੈਂ ਤੇ ਹੋਰ ਘਰਾਂ 'ਚ ਵੀ ਪਾਇਆ ਸੀ, ਉਹ ਲਾਂਭਾ ਦੇ ਕਿਤੋਂ ਨਹੀਂ ਆਇਆ, ਤੁਹਾਡੇ ਹੀ ਆਇਆ। ਇਹਦਾ ਮਤਲਬ ਤੁਹਾਡਾ ਭਾਂਡਾ ਅੰਦਰੋਂ ਸਾਫ਼ ਨਹੀਂ ਸੀ। ਇਹ ਬਾਣੀ ਕਿਉਂ ਨਹੀਂ ਵਸਦੀ ਸਾਡੇ ਦਿਮਾਗ ਵਿੱਚ? ਇਹ ਅੰਮ੍ਰਿਤਮਈ ਦੁੱਧ, ਬਾਣੀ ਕੀ ਹੈ? ਦੁੱਧ ਦੀ ਤਰ੍ਹਾਂ। ਦੁੱਧ ਵਿੱਚੋਂ ਮੱਖਣ ਮਿਲਦਾ ਹੈ, ਤੱਤ ਮਿਲਦਾ ਹੈ, ਤੇ ਗੁਰਬਾਣੀ ਵਿੱਚੋਂ ਨਿਰੰਕਾਰ ਨੇ ਮਿਲਣਾ। ਇਹ ਸਾਡੇ ਦਿਮਾਗ ਵਿੱਚ ਕਿਉਂ ਨਹੀਂ ਬੈਠ ਰਹੀ? ਕਿਉਂਕਿ ਦਿਮਾਗ ਵਾਲਾ ਭਾਂਡਾ ਸਾਡਾ ਇਹ ਗੰਦਗੀ ਨਾਲ ਭਰਿਆ ਪਿਆ ਹੈ। ਇਹਨੂੰ ਪਹਿਲਾਂ ਵਾਸ਼ ਕਰਨਾ, ਇਹਨੂੰ ਪਹਿਲਾਂ ਧੋਣਾ ਪੈਣਾ। ਸਭ ਕਹਿੰਦੇ ਜਦੋਂ ਇਹ ਭਾਂਡਾ ਕਿਵੇਂ ਹੋਏਗਾ? ਮੈਲੇ ਹੱਛੇ ਹੋਈ। ਮੈਲੇ ਭਾਂਡੇ ਹੱਛੇ ਹੋ ਸਕਦੇ ਆ? ਕੀ ਕਰਨਾ ਪਏਗਾ? ਇਹ ਨਿਸ ਦਿਨ ਰਾਤ ਉਹਨੂੰ ਧਿਆਉਣਾ ਪੈਣਾ, ਮਿਹਨਤ ਕਰਨੀ ਪੈਣੀ ਹੈ। ਪਹਿਲਾਂ ਤਾਂ ਇਹ ਪਤਾ ਹੋਵੇ ਵੀ ਭਾਂਡਾ ਮੈਲਾ ਹੈ, ਪਹਿਲੇ ਤਾਂ ਇਹ ਨਹੀਂ ਅਸੀਂ ਮੰਨਣ ਨੂੰ ਤਿਆਰ। ਅਸੀਂ ਕਹਿੰਦੇ ਜੀ ਅਸੀਂ ਤੇ ਬੜੇ ਚੰਗੇ ਹਾਂ, ਹਰ ਬੰਦਾ ਕਹਿੰਦਾ ਅਸੀਂ ਬੜੇ ਚੰਗੇ ਹਾਂ, ਪਰ ਮਹਾਰਾਜ ਕਹਿੰਦੇ ਨਹੀਂ, ਭਾਂਡਾ ਅੰਦਰ ਮੈਲਾ ਹੈ। ਆਪਣੇ ਅੰਦਰ ਜੀਵਨ ਵਿੱਚ ਝਾਤ ਮਾਰ ਕੇ ਵੇਖਾਂਗੇ, ਫਿਰ ਪਤਾ ਲੱਗਣਾ ਹਮ ਨਹੀਂ ਚੰਗੇ। ਅਸੀਂ ਕਹਿ ਰਹੇ ਹਾਂ ਚੰਗੇ ਹਾਂ, ਚੰਗੇ ਹਾਂ, ਪਰ ਮਹਾਰਾਜ ਕਹਿੰਦੇ ਨਹੀਂ, ਅੰਦਰ ਝਾਤੀ ਮਾਰ ਕੇ ਵੇਖ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਇਸ ਲਈ ਮਹਾਰਾਜ ਜੀ ਕਹਿੰਦੇ ਅਹਨਿਸ, ਦਿਨ ਰਾਤ ਮਿਹਨਤ ਕਰੋ, ਦਿਨ ਰਾਤ ਉਹਨੂੰ ਧਿਆਵੋ, ਦਿਨ ਰਾਤ ਉਹਦੇ ਨਾਮ ਦਾ ਸਿਮਰਨ ਕਰੋ। ਜਦੋਂ ਦਿਨ ਰਾਤ ਧਿਆਵੋਗੇ ਤੇ ਫਿਰ ਮੈਲੇ ਤੋਂ ਹੱਛੇ ਹੋ ਜਾਓਗੇ। ਹੁਣ ਜੇ ਕਿਤੇ ਬਾਹਰੋਂ ਮੈਲੇ ਦੀ ਗੱਲ ਚੱਲਦੀ ਫਿਰ ਤੇ ਸਾਨੂੰ ਲੋੜ ਹੀ ਨਹੀਂ ਸੀ, ਨਾ ਅੰਮ੍ਰਿਤ ਵੇਲਾ ਸੰਭਾਲਣ ਦੀ, ਨਾ ਬਾਣੀ ਪੜ੍ਹਨ ਦੀ, ਨਾ ਸੁਣਨ ਦੀ, ਨਾ ਸੰਗਤ ਕਰਨ ਦੀ, ਨਾ ਸੰਗਤਾਂ ਦੇ ਝੂਠੇ ਬਰਤਨ ਮਾਂਜਣ ਦੀ, ਨਾ ਜੋੜੇ ਝਾੜਨ ਦੀ। ਕੀ ਲੋੜ ਸੀ? ਪਾਣੀ ਲਓ, ਪਾਣੀ ਲੈ ਕੇ ਤੇ ਮੈਲ ਧੋ ਲਓ, ਸਾਬਣ ਮਲ ਕੇ ਧੋ ਲਓ। ਪਰ ਇੱਥੇ ਤਾਂ ਗੱਲ ਪਾਣੀ ਵੀ ਨਹੀਂ ਕੰਮ ਕਰਨਾ, ਇੱਥੇ ਸਾਬਣ ਵੀ ਕੰਮ ਨਹੀਂ ਕਰਨਾ। ਇੱਥੇ ਜੇ ਕੰਮ ਕਰਨਾ ਤੇ ਗੁਰਬਾਣੀ ਨੇ ਕਰਨਾ। ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਗੈ ਸੰਗ ਉਹ ਧੋਪੈ, ਨਾ ਮਹਿ ਕੈ ਰੰਗ। ਇਹ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਵੀ ਜੇ ਪਾਣੀ ਨਾਲ ਸਾਡੇ ਦਿਮਾਗ ਦੀ ਗੰਦਗੀ ਨਿਕਲ ਜਾਏ, ਅਸੀਂ ਤੇ ਪਾਣੀ ਫਿਲਟਰ ਕਰਕੇ ਪੀਂਦੇ ਹਾਂ। ਫਿਲਟਰ ਤੋਂ ਵੀ ਫਿਲਟਰ ਪਾਣੀ ਅਸੀਂ ਪੀਂਦੇ ਹਾਂ, ਜਿਹੜਾ ਇੱਕ ਵਾਰੀ ਨਹੀਂ 4-4 ਵਾਰੀ ਫਿਲਟਰ ਹੋਇਆ ਹੋਵੇ। ਅਸੀਂ ਇੰਨਾ ਸ਼ੁੱਧ ਪਿਓਰ ਪਾਣੀ ਪੀਂਦੇ ਹਾਂ, ਇਹਦੇ ਨਾਲ ਤਾਂ ਫਿਰ ਗੰਦਗੀ ਨਿਕਲ ਜਾਣੀ ਚਾਹੀਦੀ ਹੈ, ਨਹੀਂ ਨਿਕਲਦੀ। ਇਹ ਗੁਰਬਾਣੀ ਨਾਲ ਨਿਕਲਣੀ ਹੈ। ਇਸ ਲਈ ਸਭ ਕਹਿੰਦੇ ਦਿਨ ਰਾਤ ਤੇ ਆਵੋਗੇ ਫਿਰ ਕਾਮਯਾਬੀ ਮਿਲੇਗੀ, ਤਾਂ ਮੈਲੇ ਤੋਂ ਅੱਛੇ ਹੋ ਸਕਦੇ ਹਾਂ। ਜਿਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਹੀ। ਮਹਾਰਾਜ ਕਹਿੰਦੇ ਰੁੱਤਾਂ ਬਦਲਦੀਆਂ ਨੇ, ਜਿੱਦਾਂ ਦੀ ਰੁੱਤ ਹੁੰਦੀ ਹੈ ਦੇਹੀ, ਸਰੀਰ ਤੇ ਅਸਰ ਉਦਾਂ ਦਾ ਹੀ ਹੁੰਦਾ ਹੈ। ਹੁਣ ਅੱਤ ਦੀ ਗਰਮੀ ਆ ਗਈਆਂ ਤੇ ਸਰੀਰ ਤੇ ਉਦਾਂ ਦਾ ਅਸਰ ਹੋਏਗਾ, ਜਦੋਂ ਪੋਹ ਮਾਘ ਦੀ ਠੰਡ ਆਉਂਦੀ ਹੈ ਤੇ ਸਰੀਰ ਤੇ ਅਸਰ ਉਦਾਂ ਦਾ ਹੁੰਦਾ ਹੈ। ਜਿਵੇਂ ਜਿਵੇਂ ਰੁੱਤ ਬਦਲਦੀ ਹੈ, ਦੇਹ ਨੂੰ ਸੁੱਖ ਵੀ ਆਰਾਮ ਵੀ ਉਦਾਂ ਹੀ ਮਿਲਦਾ ਹੈ, ਜਾਂ ਫਿਰ ਕਹਿੰਦੇ ਨੇ ਦੇਹੀ ਤੇ ਅਸਰ ਵੀ ਉਦਾਂ ਦਾ ਹੁੰਦਾ ਹੈ। ਜੇਠ ਹਾੜ ਤੇ ਸਾਡੇ ਸਰੀਰ ਨੂੰ ਅਸਰ ਹੋਰ ਹੋਣਾ ਹੈ, ਪੋਹ ਮਾਘ ਵਿੱਚ ਸਰੀਰ ਤੇ ਅਸਰ ਹੋਰ ਹੋਣਾ ਹੈ। ਧਿਆਨ ਰੱਖਿਓ, ਇਹ ਰੁੱਤ ਜਿਹੜੀ ਗੱਲ ਕੀਤੀ ਹੈ, ਅਗਲੀ ਪੰਕਤੀ ਨੂੰ ਪਹਿਲਾਂ ਸਮਝ ਲਈਏ। ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੈ ਰੁੱਤ ਕੇਹੀ। 12 ਰੁੱਤਾਂ ਨੇ, ਇਹ ਮੌਸਮ ਬਦਲਦਾ ਰਹੇਗਾ। ਕਦੇ ਹਰਿਆਵਲੀ ਆ ਗਈ, ਕਦੇ ਪੱਤ ਝੜ ਆ ਗਿਆ, ਕਦੇ ਆ ਗਿਆ ਚੇਤ ਵਿਸਾਖ ਆ ਜਾਣਾ, ਕਦੇ ਜੇਠ ਹਾੜ ਆ ਜਾਣਾ, ਤੇ ਕਦੇ ਪੋਹ ਮਾਘ। ਇਹ ਚੱਲਦਾ ਹੀ ਰਹਿਣਾ ਸਿਸਟਮ, ਇਹ ਬਾਹਰ ਦਾ ਸਿਸਟਮ ਇਦਾਂ ਹੀ ਚੱਲਦਾ ਰਹਿਣਾ। ਪਰ ਜਿਹੜੀ ਸਾਨੂੰ ਰੁੱਤ ਮਿਲੀ ਹੈ ਨਾ, ਇਹ ਦੁਬਾਰਾ ਨਹੀਂ ਮਿਲਣੀ। ਜਿਹੜੀ ਰੁੱਤ ਸਾਨੂੰ ਮਿਲੀ ਹੈ ਨਾ, ਇਹ ਰੁੱਤ ਦੁਬਾਰਾ ਨਹੀਂ ਮਿਲਣੀ। ਆ ਮਨੁੱਖਾ ਜਨਮ ਵੀ ਇੱਕ ਰੁੱਤ ਹੈ। ਇਸ ਮਨੁੱਖਾ ਜਨਮ ਦੇ ਵਿੱਚ 3 ਰੁੱਤਾਂ ਬਦਲਦੀਆਂ ਨੇ, ਬਚਪਨ, ਜੋਬਨ ਤੇ ਬੁਢੇਪਾ। ਪਹਿਲਾਂ ਤੇ ਇਹ ਮਨੁੱਖਾ ਜਨਮ ਮਿਲਣਾ ਹੀ ਇੱਕ ਰੁੱਤ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਅਨ ਰੁੱਤ ਨਹੀਂ, ਹੋਰ ਕੋਈ ਰੁੱਤ ਨਹੀਂ ਮਿਲਣੀ ਨਾਮ ਦਾ ਬੀਜ ਬੀਜਣ ਨੂੰ। 12 ਸਮਾਂ ਪਾ ਕੇ ਬੀਜ ਬੀਜਿਆ ਜਾਂਦਾ। ਜਿਹੜਾ ਪੋਹ ਮਾਘ ਵਿੱਚ ਬੀਜ ਬੀਜਣਾ ਉਹ ਜੇਠ ਹਾੜ 'ਚ ਨਹੀਂ ਬੀਜਿਆ ਜਾਣਾ, ਜਿਹੜਾ ਜੇਠ ਹਾੜ ਵਿੱਚ ਬੀਜ ਬੀਜਣਾ ਉਹ ਪੋਹ ਮਾਘ ਵਿੱਚ ਨਹੀਂ ਬੀਜਿਆ ਜਾਣਾ।
ਸਮੇਂ-ਸਮੇਂ ਦੀ ਫਸਲਾਂ ਤਿਆਰ ਹੁੰਦੀਆਂ, ਰੁੱਤਾਂ ਦੇ ਮੁਤਾਬਕ ਮੌਸਮ ਦੇ ਹਿਸਾਬ ਨਾਲ ਫਸਲ ਜਿਹੜੀ ਉਹ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੋਰ ਰੁੱਤ ਨਹੀਂ ਮਿਲਣੀ ਤੈਨੂੰ ਨਾਮ ਦਾ ਬੀਜ ਪਾਉਣ ਵਾਸਤੇ। ਪਸ਼ੂ ਨਾਮ ਦਾ ਬੀਜ ਨਹੀਂ ਪਾ ਸਕਦਾ, ਪੰਛੀ ਨਹੀਂ ਪਾ ਸਕਦਾ, ਜਾਨਵਰ ਨਹੀਂ ਪਾ ਸਕਦੇ। ਜੇ ਨਾਮ ਦਾ ਬੀਜ ਕੋਈ ਪਾ ਸਕਦਾ ਤੇ ਮਨੁੱਖ ਹੈ। ਜੇ ਕੋਈ ਇਹਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਲੈ ਸਕਦਾ ਤੇ ਉਹ ਮਨੁੱਖ ਹੈ ਜਿਹਨੂੰ ਖੇਤੀ ਕਰਨੀ ਸਿਖਾਈ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੈ। ਮਹਾਰਾਜ ਕਹਿੰਦੇ ਇਹ ਸੰਤੋਖ ਦਾ ਸੁਹਾਗਾ ਵੀ ਮਨੁੱਖ ਹੀ ਫੇਰ ਸਕਦਾ ਹੈ, ਕੋਈ ਹੋਰ ਰੁੱਤ ਵਿੱਚ ਨਹੀਂ ਫੇਰਿਆ ਜਾ ਸਕਦਾ। ਇਹ ਰੁੱਤ ਹੈ, ਬਚਪਨ ਵਾਲੀ ਰੁੱਤ ਨਿਕਲ ਗਈ, ਦੁਬਾਰਾ ਨਹੀਂ ਆਉਣੀ। ਇਹ ਬਸੰਤ ਰੁੱਤ ਤਾਂ ਫਿਰ ਆ ਜਾਏਗੀ, ਪਰ ਜਿਹੜੀ ਸਾਡੇ ਬਚਪਨ ਦੀ ਰੁੱਤ ਨਿਕਲ ਗਈ ਇਹ ਦੁਬਾਰਾ ਨਹੀਂ ਆਉਣੀ, ਚਲੀ ਗਈ। ਜਿਹੜਾ ਜੋਬਨ ਵਾਲੀ ਰੁੱਤ ਆਈ ਸੀ ਇਹ ਨਿਕਲ ਗਈ, ਦੁਬਾਰਾ ਨਹੀਂ ਆਉਣੀ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਆਪਾਂ। ਆ ਜਿਹੜੀ ਰੁੱਤ ਜੋਬਨ ਦੀ ਨਿਕਲ ਗਈ ਨਾ, ਕਾਲੇ ਤੋਂ ਚਿੱਟੇ ਆ ਗਏ, ਅਸੀਂ ਫਿਰ ਚਿੱਟੇ ਤੋਂ ਕਾਲੇ ਕਰ ਦਿੱਤੇ। ਇਹ ਬਨਾਵਟੀ ਜੀਵਨ ਹੈ। ਅਸਲ ਵਿੱਚ ਅਸੀਂ ਜੀ ਬਨਾਵਟੀ ਜੀਵਨ ਰਹੇ ਹਾਂ। ਸਾਨੂੰ ਜਿਹੜੇ ਕੁਦਰਤੀ ਫੁੱਲ ਹੁੰਦੇ ਆ ਉਹਨਾਂ ਵਿੱਚ ਕੀ ਹੁੰਦਾ ਹੈ? ਕੁਦਰਤੀ ਫੁੱਲਾਂ ਵਿੱਚ ਖੁਸ਼ਬੂ ਵੀ ਹੁੰਦੀ ਹੈ ਤੇ ਰਸ ਵੀ ਹੁੰਦਾ ਹੈ, ਤੇ ਬਨਾਵਟੀ ਵਿੱਚ ਦੋਵੇਂ ਨਹੀਂ ਹੁੰਦੇ, ਨਾ ਰਸ ਹੁੰਦਾ ਹੈ ਤੇ ਨਾ ਖੁਸ਼ਬੂ ਹੁੰਦੀ ਹੈ। ਪਰ ਸਾਨੂੰ ਬਨਾਵਟੀ ਫੁੱਲਾਂ ਦੀ ਬਨਾਵਟ ਜ਼ਿਆਦਾ ਚੰਗੀ ਲੱਗਦੀ ਹੈ। ਕਿਉਂ? ਕਿਉਂਕਿ ਅਸੀਂ ਵੀ ਬਨਾਵਟੀ ਹੋ ਗਏ। ਸਾਡਾ ਜਿਹੜਾ ਇੱਕ ਦੂਜੇ ਨਾਲ ਮਿਲ ਵਰਤਨ ਹੈ ਉਹ ਵੀ ਬਨਾਵਟੀ ਹੋ ਗਿਆ। ਅਸੀਂ ਬਨਾਵਟੀ ਜ਼ਿੰਦਗੀ ਜੀ ਰਹੇ ਹਾਂ। ਜਿਵੇਂ ਬਨਾਵਟੀ ਫੁੱਲ ਦੇ ਵਿੱਚ, ਨਕਲੀ ਫੁੱਲ, ਡੁਪਲੀਕੇਟ ਫੁੱਲ ਦੇ ਵਿੱਚ ਰਸ ਨਹੀਂ ਹੁੰਦਾ, ਖੁਸ਼ਬੂ ਨਹੀਂ ਹੁੰਦੀ। ਜਿਹੜਾ ਬੰਦਾ ਦਿਖਾਵਾ ਕਰਦਾ ਹੈ ਉਹਦੇ ਵਿੱਚ ਮਿਲਵਰਤਨ ਵਾਲਾ ਰਸ ਨਹੀਂ ਹੁੰਦਾ, ਉਹਦੇ ਵਿੱਚ ਮਿਲਵਰਤਨ ਵਾਲੀ ਖੁਸ਼ਬੂ ਨਹੀਂ ਹੁੰਦੀ। ਇੱਕ ਫਾਰਮੈਲਿਟੀ ਦਿਖਾਵਾ ਹੁੰਦਾ ਹੈ ਬਸ। ਤੇ ਮਹਾਰਾਜ ਨੇ ਤੇ ਕਿਹਾ ਵੀ ਨਾਨਕ ਦੁਨੀਆ ਕੈਸੀ ਹੋਈ, ਦੇਖੋ ਦੁਨੀਆ ਕੈਸੀ ਹੋ ਗਈ ਹੈ, ਨਾ ਇਹਦੇ 'ਚ ਖੁਸ਼ਬੂ ਰਹੀ ਤੇ ਨਾ ਰਸ ਰਿਹਾ। ਅੰਦਰੋਂ ਵੀ ਸੁੱਕਾ ਪਿਆ ਤੇ ਬਾਹਰੋਂ ਵੀ ਜੀਵਨ ਇਹਦਾ ਸੁੱਕਾ, ਕੇਵਲ ਬਨਾਵਟੀ ਫੁੱਲਾਂ ਦੀ ਤਰ੍ਹਾਂ ਬਣ ਕੇ ਰਹਿ ਗਿਆ। ਪਰ ਸਾਹਿਬ ਕਹਿੰਦੇ ਤੂੰ ਕੁਦਰਤ ਵਿੱਚ ਜਨਮ ਲਿਆ, ਕੁਦਰਤੀ ਜੀਵਨ ਜੀ, ਜੇ ਤੂੰ ਹਰਿਆ ਭਰਿਆ ਹੋਣਾ ਚਾਹੁੰਦਾ। ਇਹ ਸਾਨੂੰ ਮਨੁੱਖਾ ਜਨਮ ਮਿਲਿਆ, ਇਹਦੇ ਵਿੱਚ ਇੱਕ ਰੁੱਤ ਮਿਲੀ ਹੈ ਨਾਮ ਦਾ ਬੀਜ ਬੀਜਣ ਵਾਸਤੇ। ਤੇ ਸਾਹਿਬ ਕਹਿੰਦੇ ਨਾਨਕ ਰੁੱਤ ਸੁਹਾਵੀ ਸਾਈ, ਉਹ ਰੁੱਤ ਸੋਹਣੀ ਹੈ, ਸੁਹਾਵਣੀ ਹੈ, ਜਿਸ ਰੁੱਤ ਵਿੱਚ ਨਾਮ ਸਿਮਰਿਆ ਜਾਂਦਾ ਹੈ, ਨਾਮ ਜਪਿਆ ਜਾਂਦਾ ਹੈ, ਨਾਮ ਦੀ ਕਮਾਈ ਹੁੰਦੀ ਹੈ। ਬਿਨ ਨਾਮ ਹੈ ਰੁੱਤ ਕੇ ਹੀ, ਨਾਮ ਤੋਂ ਬਿਨਾਂ ਕਾਹਦੀ ਰੁੱਤ ਹੈ? ਬਾਹਰੋਂ ਚਾਰੇ ਪਾਸੇ ਹਰਿਆਵਲੀ ਹੋਵੇ, ਬਾਹਰੋਂ ਚਾਰੇ ਪਾਸੇ ਫਸਲ ਲਹਿਰਾਰੀ ਹੋਵੇ, ਪਰ ਜੇ ਅੰਦਰ ਸਾਡੇ ਨਾਮ ਦਾ ਬੀਜ ਹੀ ਨਹੀਂ ਪਿਆ, ਅਸੀਂ ਅੰਦਰੋਂ ਤਾਂ ਮੁਰਝਾਏ ਹੋਏ ਹਾਂ। ਤਾਂ ਹੀ ਤੇ ਆਖਿਆ ਸੀ ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋਹ, ਜਿਨ੍ਹਾਂ ਅੰਦਰ ਪ੍ਰੇਮ ਦਾ ਹੀ ਵਿਛੋੜਾ ਪੈ ਗਿਆ, ਜਿਨ੍ਹਾਂ ਅੰਦਰ ਵਾਹਿਗੁਰੂ ਜੀ ਪ੍ਰਤੀ ਪ੍ਰੇਮ ਹੀ ਨਹੀਂ ਹੈ, ਉਹਨਾਂ ਨੂੰ ਧੀਰਜ ਕਿਵੇਂ ਆਏਗਾ? ਉਹਨਾਂ ਦਾ ਅੰਦਰ ਜੀਵਨ ਤਾਂ ਜੁੜਿਆ ਹੀ ਨਹੀਂ ਪਰਮੇਸ਼ਵਰ ਦੇ ਨਾਲ, ਉਹਨਾਂ ਅੰਦਰ ਹਰਿਆਵਲੀ ਕਿਵੇਂ ਆਏਗੀ? ਸਭ ਕਹਿੰਦੇ ਜੇ ਸੋਕਾ ਪਿਆ ਹੋਇਆ ਹੈ, ਪੱਤ ਝੜ ਹੈ, ਤਾਂ ਫਿਰ ਕੀ ਕਰ? ਹਰ ਕਾ ਨਾਮ ਧਿਆਏ ਕੈ ਹੋ ਹਰਿਆ। ਭਾਈ ਸਾਨੂੰ ਮੌਕਾ ਮਿਲਿਆ, ਅਸੀਂ ਗੁਰੂ ਦੁਆਰੇ ਆ ਕੇ ਨਾਮ ਦਾ ਬੀਜ ਬੀਜਣਾ ਸਿੱਖਣਾ ਹੈ। ਅਸੀਂ ਕਿਵੇਂ ਅੰਦਰੋਂ ਹਰੇ ਭਰੇ ਹੋਣਾ, ਕਿਵੇਂ ਫਲ ਪ੍ਰਾਪਤ ਕਰਨਾ ਹੈ, ਉਹ ਸਤਿਗੁਰੂ ਜੀ ਨੇ ਸਾਨੂੰ ਦੱਸਿਆ। ਇਸ ਲਈ ਮਹਾਰਾਜ ਕਹਿੰਦੇ ਉਹ ਰੁੱਤ ਸੁਹਾਵੀ ਹੈ ਜਿਸ ਰੁੱਤ ਵਿੱਚ ਤੁਸੀਂ ਨਾਮ ਸਿਮਰਦੇ ਹੋ। ਉਹ ਤੁਹਾਡੇ ਲਈ ਸਮਾਂ ਚੰਗਾ ਹੈ ਜਦੋਂ ਨਾਮ ਸਿਮਰਦੇ ਹੋ। ਨਾਮ ਤੋਂ ਬਿਨਾਂ ਕਾਹਦਾ ਸਾਡਾ ਸਮਾਂ ਚੰਗਾ ਹੈ? ਕੋਈ ਦਿਨ ਚੰਗਾ ਨਹੀਂ, ਕੋਈ ਘੜੀ ਚੰਗੀ ਨਹੀਂ, ਕੋਈ ਪਲ ਚੰਗਾ ਨਹੀਂ, ਕੋਈ ਮਹੀਨਾ ਚੰਗਾ ਨਹੀਂ। ਸਾਡੇ ਲਈ ਹਰ ਪਲ ਹਰ ਸਮਾਂ ਹੀ ਮਾੜਾ ਹੈ ਜੇ ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਸਿਮਰਦੇ। ਜਿਹੜੇ ਪਰਮੇਸ਼ਵਰ ਦਾ ਨਾਮ ਸਿਮਰਦੇ ਨੇ ਮਹਾਂ ਦਿਵਸ ਮੂਰਤ ਭਲੇ, ਉਹਨਾਂ ਲਈ ਘੜੀਆਂ ਪਲ ਮਹੂਰਤ, ਉਹਨਾਂ ਲਈ ਦਿਨ ਮਹੀਨੇ ਸਾਰੇ ਹੀ ਚੰਗੇ ਨੇ, ਕੋਈ ਦਿਨ ਮਾੜਾ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਜਿਹੜਾ ਉਚਾਰ ਕੇ ਸਮਝਾਉਣਾ ਕੀਤਾ, ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪੱਤ ਸੇਤੀ ਘਰ ਜਾਵੋ। ਜੇ ਤੁਹਾਨੂੰ ਹੁਣ ਰੁੱਤ ਮਿਲੀ ਹੈ ਤੇ ਨਾਮ ਦਾ ਬੀਜ ਪਾ ਲਓ। ਜੇ ਹੁਣ ਰੁੱਤ ਮਿਲੀ ਹੈ ਤੇ ਇਸ ਰੁੱਤ ਤੁਹਾਡੇ ਹੱਥੋਂ ਨਿਕਲ ਨਾ ਜਾਏ। ਚਲੋ ਬਚਪਨ ਨਿਕਲ ਗਿਆ, ਅਸੀਂ ਨਿਰਾਸ਼ ਨਾ ਹੋਈਏ, ਅਜੇ ਸਾਡੇ ਕੋਲ ਜੋਬਨ ਵਾਲੀ ਰੁੱਤ ਹੈ ਨਾਮ ਬੀਜਣ ਵਾਸਤੇ। ਤੇ ਜੇ ਜੋਬਨ ਵੀ ਹੱਥੋਂ ਨਿਕਲ ਗਿਆ ਤੇ ਨਿਰਾਸ਼ ਨਾ ਹੋਵੋ, ਬੁਢੇਪੇ ਵਿੱਚ ਵੀ ਤੁਸੀਂ ਇਹ ਨਾਮ ਦਾ ਬੀਜ ਬੀਜ ਸਕਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਈ ਉਦੋਂ ਨੇ ਜਦੋਂ ਦੋਵੇਂ ਰੁੱਤਾਂ ਨਿਕਲ ਗਈਆਂ, ਪਰ ਫਿਰ ਵੀ ਉਹਨਾਂ ਨੇ ਉਸ ਰੁੱਤ ਆ ਕੇ ਐਸਾ ਬੀਜ ਬੀਜਿਆ ਕਿ ਉਹਨਾਂ ਨੇ ਆਪਣਾ ਜੀਵਨ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਵਾਲਾ ਬਣਾ ਲਿਆ। ਪਰ ਇੱਕ ਗੱਲ ਧਿਆਨ ਰੱਖਿਓ, ਜੇ ਬੁਢੇਪਾ ਵੀ ਲੰਘ ਗਿਆ ਨਾ, ਫਿਰ ਨਹੀਂ ਰੁੱਤ ਮਿਲਣੀ, ਫਿਰ ਕੋਈ ਰੁੱਤ ਨਹੀਂ ਅੱਗੇ ਮਿਲਣੀ ਨਾਮ ਦਾ ਬੀਜ ਬੀਜਣ ਵਾਸਤੇ। ਇਸੇ ਲਈ ਆਖਿਆ ਸੀ ਕਿ ਜੇ ਹੁਣ ਭਜਨ ਬੰਦਗੀ ਨਹੀਂ ਕਰਾਂਗੇ ਫਿਰ ਕਰਾਂਗੇ ਕਿਹੜੇ ਵੇਲੇ? ਬਚਪਨ ਵਿੱਚ ਸਾਨੂੰ ਪਤਾ ਕੋਈ ਨਹੀਂ ਲੱਗਾ, ਜੋਬਨ ਵਿੱਚ ਸਾਨੂੰ ਖਾਣਾ ਪੀਣਾ ਹੱਸਣਾ ਸੋਣਾ ਬਸ ਇਹਨੇ ਵਿਸਾਰ ਕੇ ਰੱਖ ਦਿੱਤਾ, ਬੁਢੇਪੇ 'ਚ ਮੂੰਹ ਪੈ ਗਿਆ ਤੇ ਫਿਰ ਅੱਗੇ ਜਾਣਾ ਕਿੱਥੇ ਹੈ? ਅਸੀਂ ਆਏ ਕਾਹਦੇ ਲਈ ਹਾਂ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਇੱਕ ਰੁੱਤ ਦਾ ਹਿਸਾਬ ਵੀ ਫਿਰ ਮੰਗਣਾ, ਜਿਹਨੇ ਸਮਾਂ ਦਿੱਤਾ ਨਾ, ਮੌਕਾ ਦਿੱਤਾ, ਫਿਰ ਉਹਨੇ ਪੁੱਛਣਾ ਵੀ ਹੈ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ, ਤੂੰ ਆਹੋ ਕਿਹੜੇ ਕੰਮ, ਤੈਨੂੰ ਕਿਹੜੇ ਕੰਮ ਭੇਜਿਆ ਸੀ, ਤੂੰ ਕਰਦਾ ਕੀ ਰਿਹਾ? ਕਿੰਨਾ ਚੰਗਾ ਹੋਵੇ ਕਿ ਪਹਿਲੀ ਰੁੱਤ ਬਚਪਨ ਦੀ ਹੈ, ਦੂਜੀ ਜੋਬਨ ਦੀ, ਤੀਜੀ ਬੁਢੇਪੇ ਦੀ ਹੈ, ਪਰ ਇਹਨਾਂ ਤਿੰਨਾਂ ਤੋਂ ਪਹਿਲਾਂ ਇੱਕ ਰੁੱਤ ਹੋਰ ਹੈ ਮਾਤਾ ਦੇ ਪੇਟ ਵਿੱਚ। ਜਦੋਂ ਕੁੱਖ ਨੂੰ ਭਾਗ ਲੱਗ ਜਾਏ, ਨਾਮ ਦਾ ਬੀਜ ਉਦੋਂ ਹੀ ਅੰਦਰ ਜਾਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ। ਜਿਹੜਾ ਜਨਮ ਲਵੇ ਉਹਦੇ ਅੰਦਰ ਉਸ ਬੀਜ ਦਾ ਅਸਰ ਹੋਣਾ ਚਾਹੀਦਾ ਹੈ। ਜੇ ਮਾਂ ਨੇ ਨਾਮ ਜਪਿਆ ਹੋਵੇ, ਨਿਤਨੇਮ ਕੀਤਾ ਹੋਵੇ, ਨਾਮ ਦੀ ਅਭਿਆਸੀ ਹੋਵੇ, ਤੇ ਸੱਚ ਜਾਣਿਓ ਜਿਹੜਾ ਜਨਮ ਲਏਗਾ ਬੀਜ ਤਾਂ ਪਹਿਲਾਂ ਹੀ ਆ ਉਹਦੇ ਕੋਲ, ਉਹ ਸਮਾਂ ਪਾ ਕੇ ਪੁੰਗਰੇਗਾ ਹੀ ਪੁੰਗਰੇਗਾ। ਤੇ ਜੇ ਉਸ 9 ਮਹੀਨੇ ਦੇ ਸਮੇਂ ਵਿੱਚ ਮਾਂ ਨੇ ਨਾਮ ਦਾ ਬੀਜ ਅੰਦਰ ਨਾ ਲਿਆਂਦਾ, ਹਿਰਦੇ ਵਿੱਚ ਨਾਮ ਦਾ ਬੀਜ ਨਾ ਪਾਇਆ, ਤੇ ਫਿਰ ਜਿਹਨੇ ਜਨਮ ਲੈਣਾ ਫਿਰ ਜਿੱਦਾਂ ਦਾ ਬੀਜ ਹੈ ਉਹ ਸਮਾਂ ਪਾ ਕੇ ਪੁੰਗਰੇਗਾ ਵੀ ਉੱਦਾਂ ਦਾ। ਇਹ ਸਾਨੂੰ ਬਰੀਕੀ ਵਿੱਚ ਸਮਝਣਾ ਪੈਣਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਸੰਪੂਰਨ ਕਰਕੇ ਸਮਝਾਉਣ ਦਾ ਯਤਨ ਕੀਤਾ। ਲੋਕਨ ਸਰਬ ਸ਼ਬਦ ਸੁਣ ਕਰ ਕੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਉਚਾਰਿਆ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਸਾਰੇ ਲੋਕ ਜਿੰਨੇ ਬੈਠੇ ਆ ਸਾਰਿਆਂ ਨੇ ਜਦੋਂ ਸ਼ਬਦ ਸੁਣਿਆ ਹੈ, ਸਿੱਖ ਭਾਏ ਸਤਿਗੁਰੂ ਵਿਚਰ ਕੈ। ਇਹ ਸ਼ਬਦ ਸੁਣਦਿਆਂ ਹੀ ਸਾਰੇ ਦੇ ਸਾਰੇ ਗੁਰੂ ਜੀ ਦੇ ਚਰਨਾਂ ਦੇ ਭੌਰੇ ਬਣ ਗਏ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸੇਵਕ ਬਣ ਗਏ। ਮਹਾਰਾਜ ਇਹ ਤੁਹਾਡੇ ਇੱਕ ਸ਼ਬਦ ਨੇ ਸਾਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਹੁਣ ਸ਼ਬਦ ਤੇ ਆਪਾਂ ਵੀ ਸੁਣਿਆ, ਇੱਕ ਨਹੀਂ ਅਸੀਂ ਤੇ ਹਜ਼ਾਰਾਂ ਸ਼ਬਦ ਰੋਜ਼ ਨਿੱਤ ਸੁਣਦੇ ਹਾਂ। ਹੁਣ ਤੇ ਸਿਸਟਮ ਹੀ ਬੜਾ ਵਧੀਆ ਆ ਗਿਆ ਕਿ ਤੁਸੀਂ ਹਜ਼ਾਰਾਂ ਸ਼ਬਦ ਜਿਹੜੇ ਨੇ ਉਹ ਤੁਸੀਂ ਭਰ ਕੇ ਤੇ ਲਗਾਤਾਰ ਉਹਨੂੰ ਸੁਣੀ ਜਾਓ। ਪਰ ਠੀਕ ਹੈ, ਮੁਬਾਰਕ ਹੈ, ਪਰ ਮਾਰੇ ਕਹਿੰਦੇ ਸੁਣ, ਪਰ ਇੱਕ ਸ਼ਬਦ ਵੀ ਤਾਂ ਅੰਦਰ ਲੈ ਜਾ। ਜੇ ਇੱਕ ਸ਼ਬਦ ਵੀ ਅੰਦਰ ਨਾ ਲੈ ਕੇ ਗਿਆ ਤੇ ਫਿਰ ਫਾਇਦਾ ਕੀ ਹੋਇਆ? ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਰ ਜਨਮ ਨਾ ਆਵਾਂ। ਇੱਕ ਸ਼ਬਦ ਵੀ ਅੰਦਰ ਵਸ ਜਾਏ, ਇੱਕ ਸ਼ਬਦ ਨਹੀਂ ਸਾਡੀ ਜ਼ਿੰਦਗੀ ਬਦਲ ਦੇਣੀ ਹੈ, ਸਾਡੀ ਸੋਚ ਬਦਲ ਦੇਣੀ ਹੈ। ਹੁਣ ਇੱਕ ਸ਼ਬਦ ਹੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਇਆ,
ਪ੍ਰਾਣੀ ਇੱਕੋ ਨਾਮ ਤੇ ਆਗੋ, ਇੱਕੋ ਹੀ ਸ਼ਬਦ ਸੁਣਾਇਆ, ਤੇ ਜਿਨ੍ਹਾਂ ਨੇ ਸੁਣਿਆ ਉਹ ਸਾਰੇ ਹੀ ਸਤਿਗੁਰੂ ਜੀ ਦੇ ਚਰਨਾਂ ਦੇ ਸੇਵਕ ਬਣ ਗਏ। ਵਾਹਿਗੁਰੂ ਕੋ ਸਿਮਰਨ ਕਰਹੀ। ਫਿਰ ਮੁਖ ਤੋਂ ਕੀ ਨਿਕਲਦਾ ਹੈ? ਵਾਹਿਗੁਰੂ 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 ਵਾਹਿਗੁਰੂ। ਸ਼ਬਦ ਸੁਣ ਕੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ ਕਿ ਵਾਹ ਸੱਚੇ ਪਾਤਸ਼ਾਹ, ਇਹ ਇੱਕ ਤੁਹਾਡੇ ਮੁਖ ਤੋਂ ਨਿਕਲਿਆ ਹੋਇਆ ਬੋਲ ਸਾਡੇ ਹਿਰਦੇ ਵਿੱਚ ਜਾ ਕੇ ਵਸ ਗਿਆ। ਇਹਨਾਂ ਇੱਕ ਤੁਹਾਡਾ ਸ਼ਬਦ ਦੀ ਇੱਕ ਪੰਕਤੀ ਨੇ ਸਾਡੇ ਅੰਦਰ ਨੂੰ ਧੋ ਕੇ ਰੱਖ ਦਿੱਤਾ। ਤੇ ਜਿੰਨੇ ਬੈਠੇ ਸੀ ਵਾਹਿਗੁਰੂ ਕੋ ਸਿਮਰਨ ਕਰਹੀ, ਸਾਰੇ ਹੀ ਗੁਰੂ ਸਾਹਿਬ ਜੀ ਨੂੰ ਵਾਹ ਵਾਹ ਕਰਦਿਆਂ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਿਰਦੈ ਵਿਕਾਰਨ ਕੋ ਪਰ ਹਰਿ। ਹਿਰਦੇ ਦੇ ਵਿਕਾਰ ਨੂੰ ਆਪਣੇ ਤੋਂ ਪਰੇ ਕਰ ਰਹੇ ਹਨ। ਗਮਨ ਕੀਨ ਤਹਤੇ ਪ੍ਰਭੂ ਜਾਨ ਆਨ ਅਥਾਨ। ਸਤਿਗੁਰੂ ਜੀ ਨੇ ਵੇਖ ਲਿਆ ਵੀ ਸਭਨਾਂ ਦੇ ਹਿਰਦਿਆਂ 'ਚ ਇਹ ਸ਼ਬਦ ਵਸ ਗਿਆ ਤੇ ਸਾਰਿਆਂ ਦੇ ਹਿਰਦੇ ਸ਼ੁੱਧ ਹੋ ਗਏ ਨੇ। ਇਹਨਾਂ ਨੂੰ ਸਮਝ ਆ ਗਈ ਹੈ, ਹਰ ਕੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ। ਜਦੋਂ ਮਹਾਰਾਜ ਨੇ ਵੇਖਿਆ ਵੀ ਸਾਰਿਆਂ ਨੂੰ ਸਮਝ ਆ ਗਈ, ਗਮਨ ਕੀਨ, ਉੱਥੋਂ ਫਿਰ ਮਹਾਰਾਜ ਨੇ ਚੱਲਣਾ ਕੀਤਾ ਆਨ ਅਸਥਾਨ, ਹੋਰ ਅੱਗੇ ਅਗਲੇਰੇ ਅਸਥਾਨ ਵੱਲ ਨੂੰ ਸਤਿਗੁਰੂ ਜੀ ਚੱਲੇ ਪਾਉ, ਕਿਉਂਕਿ ਮਕਸਦ ਪੂਰਾ ਹੋ ਗਿਆ ਨਾ। ਜਿਸ ਮਕਸਦ ਲਈ ਆਏ ਸੀ ਉਹ ਮਕਸਦ ਪੂਰਾ ਹੋ ਗਿਆ, ਜਿਸ ਕੰਮ ਲਈ ਆਏ ਸੀ ਉਹ ਆਪਣਾ ਕੰਮ ਪੂਰਾ ਕਰ ਦਿੱਤਾ ਮਹਾਰਾਜ ਨੇ। ਸਾਹਿਬ ਜੀ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਜਦੋਂ ਦੇਖਿਆ ਵੀ ਹੁਣ ਇਹਨਾਂ ਦੇ ਅੰਦਰ ਕੀਰਤਨ ਆਪੇ ਚੱਲੇਗਾ, ਉਸ ਮਾਲਕ ਦੀ ਸਿਫਤ ਆਪਣੇ ਆਪ ਚੱਲੇਗੀ ਹੁਣ, ਉੱਥੋਂ ਫਿਰ ਮਹਾਰਾਜ ਜੀ ਹੋਰ ਅਸਥਾਨ ਨੂੰ ਚੱਲੇ ਪਾ ਗਏ। ਗੰਜਨ ਦੰਭ ਪੰਜਨ ਕਸ਼ਟ ਰੰਜਨ ਜਨ ਕੇ ਪ੍ਰਾਨ। ਕਿਹੜੇ ਗੁਰੂ ਨਾਨਕ ਸਾਹਿਬ ਜੀ ਹੋਰ ਅਗਲੇ ਅਸਥਾਨ ਤੇ ਗਏ? ਜਿਹੜੇ ਸਾਡੇ ਪਾਪ ਦਾ ਨਾਸ਼ ਕਰਨ ਵਾਲੇ, ਪਖੰਡੀਆਂ ਦਾ ਨਾਸ਼ ਕਰਨ ਵਾਲੇ, ਸਾਡੇ ਕਸ਼ਟ ਜਿਹੜੇ ਦੁੱਖ ਨੇ ਉਹਨਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ, ਜੋ ਸਾਨੂੰ ਹਰ ਮੈਦਾਨ ਫਤਿਹ ਬਖਸ਼ਣ ਵਾਲੇ ਨੇ, ਜੋ ਸਾਡੇ ਪ੍ਰਾਣਾਂ ਦੇ ਮਾਲਕ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਨੂੰ ਚਾਲੇ ਪਾਉਂਦੇ ਹਨ। ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ। ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸੁੱਖਾਂ ਦਾ ਸਾਗਰ ਹੈ। ਇੱਕ ਵਾਰੀ ਆ ਸੁੱਖ ਦੇ ਸਾਗਰ ਵਿੱਚ ਚੁੱਭੀ ਲਾ ਕੇ ਤਾਂ ਵੇਖੋ, ਪਰ ਧਿਆਨ ਰੱਖਿਓ ਚੁੱਭੀ ਇੱਥੇ ਸਰੀਰ ਦੀ ਨਹੀਂ, ਮਨ ਦੀ ਲੱਗਣੀ ਹੈ। ਇੱਥੇ ਸ਼ਬਦ ਵਿੱਚ ਜਿਹੜੀ ਚੁੱਭੀ ਲੱਗਣੀ ਆ ਉਹ ਸੁਰਤ ਦੀ ਲੱਗਣੀ ਹੈ। ਇਸ ਲਈ ਜਿਨ੍ਹਾਂ ਨੇ ਇਸ ਸਾਗਰ ਦੇ ਵਿੱਚ ਚੁੱਭੀ ਲਾਈ ਆ ਉਹਨਾਂ ਨੂੰ ਸੁੱਖ ਮਿਲਿਆ ਹੈ। ਉਹਨਾਂ ਦੇ ਪਾਪ ਧੋਤੇ ਗਏ, ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਉਹ ਨਿਰਪਵਿੱਤਰ ਹੋ ਗਏ। ਜਿਨ੍ਹਾਂ ਨੇ ਆਹ ਸਰੋਵਰ ਬਾਣੀ ਦੇ ਨਾਮ ਦੇ ਸਰੋਵਰ ਵਿੱਚ ਮਨ ਨੂੰ ਦਾਸ ਬਣਾ ਕੇ ਚੁੱਭੀ ਲਵਾਈ, ਉਹ ਅੰਦਰੋਂ ਪਵਿੱਤਰ ਹੋ ਗਏ। ਗੁਰੂ ਨਾਨਕ ਸਾਹਿਬ ਜੀ ਸੁੱਖਾਂ ਦੇ ਸਾਗਰ ਨੇ, ਸੁੱਖ ਦੀ ਨਗਰੀ ਵਿੱਚ ਵਸਣ ਵਾਲੇ ਨੇ, ਔਰ ਜਗਤ ਗੁਰੂ ਨੇ। ਹਰ ਥਾਂ ਤੇ ਇਹ ਉਜਾਗਰ ਹੋ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜਗਤ ਗੁਰੂ ਹਨ। ਬੰਦੋ ਪਦ ਅਰਵਿੰਦ ਕੋ ਉਚਰੋ ਕਥਾ ਅਨੂਪ। ਐਸੇ ਸਮਰੱਥ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਗਲੇਰੀ ਕਥਾ ਕਵੀ ਜੀ ਕਹਿੰਦੇ ਮੈਂ ਉਚਾਰਨ ਕਰਦਾ ਹਾਂ, ਪਰ ਕਿਵੇਂ? ਬੰਦੋਂ ਪਦ ਅਰਵਿੰਦ ਕੋ, ਦੋਵੇਂ ਹੱਥ ਜੋੜ ਕੇ ਸੀਸ ਨਵਾ ਕੇ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾ ਕੇ, ਤੇ ਜਿਹੜੀ ਅਨੂਪ ਉਪਮਾ ਤੋਂ ਰਹਿਤ ਕਥਾ ਹੈ ਉਹ ਮੈਂ ਆਪ ਜੀ ਦੇ ਸਨਮੁਖ ਰੱਖਦਾ ਹਾਂ। ਸ਼੍ਰੀ ਅੰਗਦ ਸੁਨ ਕਥਾ ਸੁਹਾਨੀ। ਭਾਈ ਬਾਲਾ ਜੀ ਸੁਣਾ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਸੁਣ ਰਹੇ ਨੇ। ਕਵੀ ਜੀ ਕਹਿੰਦੇ ਫਿਰ ਭਾਈ ਬਾਲਾ ਜੀ ਕਹਿੰਦੇ ਸ਼੍ਰੀ ਅੰਗਦ ਗੁਰੂ ਅੰਗਦ ਸਾਹਿਬ ਜੀ ਅਗਲੇਰੀ ਕਥਾ ਗੁਰੂ ਬਾਬੇ ਨਾਨਕ ਜੀ ਦੀ ਸੁਣਨਾ ਕਰੋ। ਗਮਨ ਕੀਨ ਆਗੇ ਗੁਣ ਖਾਨੀ। ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੁਰੇ ਜਾਂਦੇ ਹਨ। ਉਤੋ ਸਤ ਘਰਾ ਏਕ ਸਥਾਨਾ। ਇੱਕ ਅਸਥਾਨ ਦਾ ਨਾਮ ਹੈ ਸਤ ਘਰਾ। ਇਹ ਪੁਰਾਤਨ ਜਿਹੜੇ ਨਾਮ ਉਸ ਵੇਲੇ ਦੇ ਨੇ ਉਹਨਾਂ ਨਾਮਾਂ ਦੇ ਵਿੱਚੋਂ ਦੀ ਹੈ ਇਹ ਸਤ ਘਰਾ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਆਏ ਹਨ। ਤਹਾਂ ਪਹੁੰਚੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਮਾਲਕ ਜੀ ਇਸ ਅਸਥਾਨ ਤੇ ਆਏ ਹਨ। ਗਮਨੇ ਬਹੁਰ ਬਾਜ਼ਾਰ ਮਜਾਰਾ। ਜਦੋਂ ਇਸ ਅਸਥਾਨ ਦੇ ਅੰਦਰ ਪ੍ਰਵੇਸ਼ ਕੀਤਾ, ਅੰਦਰ ਇੱਕ ਬਾਜ਼ਾਰ ਬਣਿਆ ਹੈ, ਉਸ ਬਾਜ਼ਾਰ ਦੇ ਵਿੱਚੋਂ ਦੀ ਗੁਰੂ ਨਾਨਕ ਸਾਹਿਬ ਲੰਘ ਰਹੇ ਹਨ। ਬੈਠ ਗਏ ਇੱਕ ਹਾਟ ਉਧਾਰਾ। ਹੱਟ ਕਹਿੰਦੇ ਜਿਵੇਂ ਆਪਾਂ ਦੁਕਾਨ ਕਹਿ ਦਿੰਦੇ ਆ, ਪੁਰਾਣੇ ਸਮੇਂ 'ਚ ਹੱਟ ਹੱਟੀਆਂ ਕਹਿ ਦਿੰਦੇ ਆ। ਗੁਰੂ ਸਾਹਿਬ ਜੀ ਉਸ ਬਾਜ਼ਾਰ ਵਿੱਚੋਂ ਲੰਘਦੇ ਲੰਘਦੇ ਇੱਕ ਦੁਕਾਨ ਦੇ ਬਾਹਰ ਆ ਕੇ ਬੈਠ ਗਏ, ਇੱਕ ਹੱਟੀ ਦੇ ਬਾਹਰ ਆ ਕੇ ਬੈਠ ਗਏ ਹਨ। ਉਤੋ ਧਨਾੜ ਸ਼ਾਹ ਇੱਕ ਪਾਰੀ। ਉਸ ਹੱਟੀ ਦੇ ਅੰਦਰ ਜਿਹੜਾ ਉਸ ਹੱਟੀ ਦਾ ਮਾਲਕ ਹੈ ਨਾ, ਉਹਦਾ ਕੰਮ ਦੇਖ ਕੇ, ਉਹਦਾ ਰੂਪ ਹੁਲੀਆ ਵੇਖ ਕੇ ਇਦਾਂ ਲੱਗਦਾ ਵੀ ਬਹੁਤ ਧਨਾੜ ਹੈ, ਬੜਾ ਚੰਗਾ ਇਹਦਾ ਕੰਮ ਚੱਲਦਾ ਹੈ, ਇਹਦੇ ਕੋਲ ਪੈਸੇ ਵੀ ਬਹੁਤ ਹਨ। ਕਾਮੇ ਜੇ ਕੇ ਬਹੁਤ ਅਗਾਰੀ। ਕਿਉਂਕਿ ਉਹ ਆਪ ਬੈਠਾ ਆਰਾਮ ਨਾਲ ਕੁਰਸੀ ਤੇ, ਉਹਦੇ ਕਾਮੇ ਜਿਹੜੇ ਨੇ ਕੰਮ ਕਰਨ ਵਾਲੇ ਉਹ ਬਹੁਤ ਨੇ ਜਿਹੜੇ ਕੰਮ ਕਰ ਰਹੇ ਆ। ਹੱਟੀ ਤੇ ਬੈਠਾ ਔਰ ਦੇਖਣ ਨੂੰ ਬੜਾ ਧਨਾੜ ਸ਼ਾਹੂਕਾਰ ਲੱਗ ਰਿਹਾ ਹੈ। ਇਹਦੇ ਅੱਗੋਂ ਜਿਹੜੇ ਦੁਕਾਨ ਤੇ ਕੰਮ ਕਰਨ ਵਾਲੇ ਲੋਕ ਨੇ ਉਹ ਕੰਮ ਕਰ ਰਹੇ ਹਨ। ਜਗ ਤੇ ਤੰਦ ਅਦਕ ਸੋ ਕਰਈ। ਕਹਿੰਦੇ ਬਾਜ਼ਾਰ ਦੇ ਵਿੱਚ ਇਹ ਸਭ ਤੋਂ ਵੱਧ ਇਹਦਾ ਹੀ ਧੰਦਾ ਕੰਮ ਜਿਹੜਾ ਚੱਲਦਾ ਹੋਇਆ ਦਿਸਦਾ ਹੈ। ਰਿਤੇ ਨਾਮ ਹਰ ਕਦੇ ਨਾ ਤਰਈ। ਪਰ ਇੱਕ ਗੱਲ ਧਿਆਨ 'ਚ ਰੱਖਿਓ, ਜਿਹੜੀ ਗੱਲ ਆਪਾਂ ਇਹਦੇ ਵਿੱਚੋਂ ਸਮਝਣੀ ਹੈ। ਅਸੀਂ ਕਹਿੰਦੇ ਆ ਫਲਾਣੇ ਦਾ ਕੰਮ ਬੜਾ ਚੱਲਦਾ ਪਿਆ ਹੈ, ਫਲਾਣੇ ਦਾ ਕਾਰੋਬਾਰ ਬੜਾ ਚੱਲਦਾ ਹੈ, ਇਹ ਤੇ ਸੁਖੀ ਬੜਾ ਹੋਏਗਾ, ਪਰ ਕੀ ਪਤਾ ਤੁਹਾਡਾ ਥੋੜਾ ਚੱਲਦਾ ਤੁਹਾਡੇ ਨਾਲੋਂ ਵੱਧ ਉਹ ਦੁਖੀ ਹੋਏਗਾ। ਅਸੀਂ ਕੰਮ ਵੇਖ ਕੇ ਅੰਦਾਜ਼ਾ ਲਾ ਲੈਂਦੇ ਆ, ਅਸੀਂ ਸੌਦਾ ਵਿਕਦਾ ਵੇਖ ਕੇ ਅੰਦਾਜ਼ਾ ਲਾ ਦਿੰਦੇ ਆ ਵੀ ਇਹਦਾ ਤੇ ਕੰਮ ਹੀ ਬੜਾ ਹੈ, ਇਹਦੇ ਤਾਂ ਸੌਦਾ ਹੀ ਬੜਾ ਵਿਕਦਾ ਹੈ, ਇਹਦੇ ਕੋਲ ਤਾਂ ਨੌਕਰ ਚਾਕਰ ਹੀ ਬੜੇ ਨੇ, ਪਰ ਕਦੇ ਉਹਦੇ ਜੀਵਨ ਵਿੱਚ ਝਾਤੀ ਮਾਰੀ ਸਾਡੇ ਨਾਲੋਂ 100 ਗੁਣਾ ਦੁਖੀ ਹੋਏਗਾ, ਪਰੇਸ਼ਾਨ ਹੋਏਗਾ। ਜਿਹਨੂੰ ਤੁਸੀਂ ਬਾਹਰੋਂ ਹੱਸਦਾ ਵੇਖ ਰਹੇ ਹੋ, ਜ਼ਰੂਰੀ ਨਹੀਂ ਵੀ ਅੰਦਰੋਂ ਵੀ ਹੱਸਦਾ ਹੈ, ਅੰਦਰ ਪਰੇਸ਼ਾਨੀਆਂ ਨਾਲ ਭਰਿਆ, ਬਾਹਰੋਂ ਹੱਸਦਾ ਮੁਸਕਰਾ ਰਿਹਾ। ਅਸੀਂ ਮੁਸਕਰਾਹਟ ਦੇਖਦੇ ਹਾਂ, ਪਰੇਸ਼ਾਨੀਆਂ ਨਹੀਂ ਦੇਖਦੇ। ਜਿਸੇ ਹੱਸਦਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ। ਫੁੱਲ ਖਿੜਿਆ ਦੇਖਦੇ ਹਾਂ, ਮੁਰਝਾਇਆ ਨਹੀਂ ਦੇਖਦੇ ਵੀ ਇਹਨੇ ਮੁਰਝਾ ਵੀ ਜਾਣਾ ਇੱਕ ਦਿਨ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਹੱਟੀ ਦੇ ਬਾਹਰ ਵਾਲੇ ਪਾਸੇ ਆ ਕੇ ਬੈਠ ਗਏ। ਪਰ ਇਹਦਾ ਕੰਮ ਜਿੰਨਾ ਹੈ, ਧਨਾੜ ਜਿੰਨਾ ਲੱਗਦਾ ਹੈ, ਪਰ ਕਹਿੰਦੇ ਇਹਨੇ ਕਦੇ ਪਰਮੇਸ਼ਵਰ ਦਾ ਨਾਮ ਨਹੀਂ ਸਿਮਰਿਆ, ਕਦੇ ਵੀ ਪਰਮੇਸ਼ਵਰ ਦਾ ਨਾਮ ਸਿਮਰਦਾ ਨਹੀਂ ਹੈ। ਕਰਤ ਬਨਜ ਸਭ ਦਿਵਸ ਬਤਾਵਤ। ਸਾਰਾ ਦਿਨ ਇਸੇ ਤਰ੍ਹਾਂ ਬਣਜ ਕਰਦਿਆਂ, ਵਪਾਰ ਕਰਦਿਆਂ, ਕੰਮ ਧੰਦਿਆਂ ਕਰਦਿਆਂ ਬਿਤਾ ਦਿੰਦਾ ਹੈ। ਤੇ ਸਾਨੂੰ ਗੁਰਬਾਣੀ 'ਚ ਕੀ ਸਮਝਾਇਆ? ਮਰੇ ਕਹਿੰਦੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਸਾਰੀ ਦਿਹਾੜੀ ਬਣਜ ਕਰਦਿਆਂ, ਕੰਮ ਧੰਦੇ ਵਿੱਚ ਹੀ ਪਿਆ, ਇਹ ਸਾਰਾ ਦਿਨ ਬਿਤਾ ਦਿੰਦਾ ਹੈ। ਪਚੀ ਪਇਓ ਕਬਹੇ ਨਾ ਬਿਸਰਾਵਤ। ਕਹਿੰਦੇ ਧੰਦੇ ਵਿੱਚ, ਕੰਮ ਵਿੱਚ ਪਿਆ ਹੋਇਆ ਪਦਾਰਥ, ਆਪਣਾ ਸੌਦਾ, ਤੇ ਜਿਹੜੀ ਉਹਦੇ ਵਿੱਚੋਂ ਦੀ ਕਰੰਸੀ ਮਿਲੀ ਆ, ਹਰ ਵੇਲੇ ਧਿਆਨ ਉਹਦੇ ਵਿੱਚ ਹੀ ਰਹਿੰਦਾ ਹੈ, ਉਹਦੇ ਵਿੱਚੋਂ ਧਿਆਨ ਹਟਦਾ ਹੀ ਨਹੀਂ ਹੈ, ਤੇ ਕਦੇ ਭੁੱਲ ਕੇ ਵੀ ਪਰਮੇਸ਼ਵਰ ਚੇਤੇ ਨਹੀਂ ਆਉਂਦਾ। ਕਟੀ ਤੋਂ ਇਹ ਦਿਨ ਜਬਰ ਹਾਂ ਮਰਦਾ ਨੇ ਦ੍ਰਿਗ ਲਾਏ। ਹੁਣ ਗੁਰੂ ਬਾਬਾ ਨਾਨਕ ਜੀ ਨੂੰ ਤੇ ਪਤਾ ਸੀ ਵੀ ਕਿਹਦੇ ਅੱਗੇ ਆ ਕੇ ਬੈਠੇ ਆ। ਸਤਿਗੁਰੂ ਜੀ ਬੈਠੇ ਨੇ, ਭਾਈ ਮਰਦਾਨਾ ਜੀ ਵੀ ਬੈਠੇ ਆ, ਭਾਈ ਬਾਲਾ ਜੀ ਵੀ ਬੈਠੇ ਆ। 2 ਕੁ ਘੜੀਆਂ ਦਾ ਸਮਾਂ ਬੀਤਿਆ, ਘਟੀ 2 ਦਿਨ ਜਬ ਰਹਾ। ਜਦੋਂ ਸ਼ਾਮ ਦਾ ਸਮਾਂ ਆਇਆ ਨਾ, ਤੇ ਕਹਿੰਦੇ ਨੇ ਭਾਈ ਮਰਦਾਨਾ ਜੀ ਦ੍ਰਿਗ ਲਾਏ, ਦ੍ਰਿਗ ਮੈਨੇ ਦ੍ਰਿਸ਼ਟੀ, ਨਜ਼ਰ ਲਾ ਕੇ।
ਹੁਣ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਬੈਠੇ ਆ, ਭਾਈ ਮਰਦਾਨਾ ਜੀ ਉਸ ਸ਼ਾਹੂਕਾਰ, ਉਸ ਧਨਾੜ, ਉਸ ਦੁਕਾਨਦਾਰ ਜਿਹੜਾ ਨਾ ਉਹਦੇ ਵਾਲੀ ਨਜ਼ਰ ਟਿਕਾਈ ਹੋਈ ਹੈ ਵੀ ਬੜਾ ਸੌਦਾ ਵਿਕ ਰਿਹਾ, ਕਾਮੇ ਬੜੇ ਕੰਮ ਕਰ ਰਿਹਾ, ਇਹ ਸੇਠ ਆਪਣੀ ਜਗ੍ਹਾ ਬੈਠਾ ਹੋਇਆ, ਬੜੀ ਟੌਰ ਨਾਲ ਬੈਠਾ ਹੋਇਆ। ਭਾਈ ਮਰਦਾਨਾ ਜੀ ਨੇ ਕਹਿੰਦੇ ਨੇ ਬਸ ਜਦੋਂ ਆ ਕੇ ਬੈਠੇ ਆ ਬਸ ਉਹਦੇ ਵਾਲੀ ਨਜ਼ਰ ਟਿਕਾ ਕੇ ਦੇਖੀ ਜਾਂਦੇ ਹਨ। ਕਹਿਓ ਸੁਖੀ ਬਹੁ ਸ਼ਾਹ ਇਹ ਸੁਖ ਸੋ ਦਿਵਸ ਬਿਤਾਏ। ਕਹਿੰਦੇ ਜਦੋਂ ਦੇਖਿਆ ਨਾ ਤੇ ਫਿਰ ਕਹਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਦੇਖੋ ਉਹ ਸਾਹਮਣੇ ਜਿਹੜਾ ਬੈਠਾ ਹੋਇਆ ਸੁਖੀ, ਬੜਾ ਸੁਖੀ ਲੱਗਦਾ ਪਿਆ, ਇਹਨੂੰ ਕੋਈ ਦੁੱਖ, ਕੋਈ ਗਮ, ਕੋਈ ਚਿੰਤਾ ਹੋਏਗੀ ਨਹੀਂ, ਇਹਦੇ ਵੱਲ ਵੇਖ ਕੇ ਤੇ ਲੱਗਦਾ ਵੀ ਇਹਨੂੰ ਕੋਈ ਦੁੱਖ ਚਿੰਤਾ ਨਹੀਂ ਹੋਵੇਗੀ। ਕਬ ਕੇ ਤੁਮ ਬੈਠੇ ਇਸ ਥਾਈ। ਸਤਿਗੁਰੂ ਜੀ ਅਸੀਂ ਜਦੋਂ ਦੇ ਇੱਥੇ ਆ ਕੇ ਬੈਠੇ ਆ, ਮੈਂ ਵੇਖ ਰਿਹਾ ਤੇ ਤੁਸੀਂ ਜਦੋਂ ਦੇ ਇੱਥੇ ਆ ਕੇ ਬੈਠੇ ਹੋ, ਦ੍ਰਿਸ਼ਟ ਨ ਇਸ ਕੀ ਹਮ ਦਿਸ਼ ਆਈ। ਇਹਨੇ ਇੱਕ ਵਾਰੀ ਵੀ ਅੱਖ ਚੁੱਕ ਕੇ ਸਾਡੇ ਵੱਲ ਨਹੀਂ ਵੇਖਿਆ। ਮੈਂ ਕਦੋਂ ਦਾ ਨੋਟ ਕਰ ਰਿਹਾ, ਇਹ ਆਪਣੇ ਕੰਮ ਵਿੱਚ ਹੀ ਮਸਤ ਹੋਇਆ ਪਿਆ, ਬਸ ਉਹ ਜਿਹੜਾ ਧਨ ਆ ਰਿਹਾ ਸੌਦਾ ਵਿਕਣ ਦਾ, ਉਹਨੂੰ ਗਿਣਨ ਵਿੱਚ ਤੇ ਰੱਖਣ ਵਿੱਚ ਹੀ ਮਸਤ ਹੋਇਆ ਪਿਆ। ਸਾਰਾ ਦਿਨ ਇਹਦਾ ਧਨ ਪਦਾਰਥਾਂ 'ਚ ਸੁੱਖ ਦਾ ਲੰਘਦਾ ਹੋਏਗਾ। ਮਹਾਰਾਜ ਜੀ ਇਹਨੇ ਦ੍ਰਿਸ਼ਟੀ ਇੱਕ ਵਾਰੀ ਵੀ ਆਪਣੇ ਵੱਲ ਨਜ਼ਰ ਨਹੀਂ ਕੀਤੀ, ਇੱਕ ਵਾਰੀ ਵੀ ਅੱਖ ਚੁੱਕ ਕੇ ਇਹਨੇ ਦੇਖਿਆ ਨਹੀਂ। ਕਰਨ ਦਾਨ ਕੀ ਮਨ ਮਹਿ ਨਾਹੀ। ਮਹਾਰਾਜ ਜੀ ਉਹ ਲੱਗਦਾ ਵੀ ਇਹਦੇ ਮਨ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਪ੍ਰਤੀ ਕੋਈ ਅੰਦਰ ਐਸੀ ਭਾਵਨਾ ਨਹੀਂ। ਨਾਲੇ ਇਹ ਵੀ ਗੱਲ ਕਰ ਦਿੱਤੀ ਵੀ ਕੋਈ ਐਸੀ ਭਾਵਨਾ ਵੀ ਨਹੀਂ ਲੱਗਦੀ, ਪਰ ਮੈਨੂੰ ਇਹ ਲੱਗਦਾ ਵੀ ਇਹ ਸੁਖੀ ਹੋਵੇਗਾ। ਕਰਨ ਦਾਨ ਕੀ ਮਨ ਮਹਿ ਨਾਹੀ। ਮਨ ਅੰਦਰ ਇਕਲੋ ਕੋਈ ਆਇਆ ਹੋਏਗਾ ਰੱਬ ਦਾ ਪਿਆਰਾ, ਕੋਈ ਫਕੀਰ ਕਿਸੇ ਨੂੰ ਕੁਝ ਦੇ ਦਈਏ, ਇਹਦਾ ਧਿਆਨ ਹੀ ਨਹੀਂ ਹੈ, ਆਪਣੇ ਵਿੱਚ ਮਸਤ ਬੈਠਾ ਹੈ। ਬੇਮੁਖ ਸੰਤਨ ਤੇ ਇਹ ਆਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ, ਕੀ ਇਹ ਬੰਦਾ ਸੁਖੀ ਹੈ ਜਾਂ ਬੇਮੁਖ ਹੈ? ਮੈਂ ਸਮਝ ਨਹੀਂ ਪਾ ਰਿਹਾ। ਮੈਨੂੰ ਤੇ ਸਮਝ ਵਿੱਚ ਇਹ ਆਉਂਦਾ ਵੀ ਇਸ ਤੋਂ ਵੱਧ ਸੁਖੀ ਕੋਈ ਨਹੀਂ ਹੋਏਗਾ, ਪਰ ਦੂਜੇ ਪਾਸੇ ਇਹ ਵੀ ਸਮਝ ਆਉਂਦੀ ਹੈ ਵੀ ਕਿਤੇ ਇਹ ਬੇਮੁਖ ਨਾ ਹੋਵੇ। ਕਬਹਿ ਨ ਸੇਵ ਕਿਸੂ ਕੀ ਕਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਰਹੇ ਨੇ ਕਿ ਇਹ ਬੰਦਾ ਕਦੇ ਸੇਵਾ ਸਿਮਰਨ ਵਿੱਚ ਜੁੜਿਆ ਹੋਵੇਗਾ ਜਾਂ ਨਹੀਂ ਹੋਵੇਗਾ। ਪਾਓ ਭਗਤ ਕੋ ਹਿਰਦੈ ਨਾ ਤਰਈ। ਕੀ ਇਹਦੇ ਅੰਦਰ ਪਿਆਰ ਭਾਵਨਾ ਵਾਲੀ ਭਗਤੀ ਹੈ ਜਾਂ ਨਹੀਂ ਹੈ? ਮਹਾਰਾਜ ਇਹ ਮੈਂ ਨਹੀਂ ਵੇਖ ਪਾ ਰਿਹਾ, ਪਰ ਮੈਂ ਇਹ ਦੇਖ ਰਿਹਾ ਵੀ ਇਹ ਸੁਖੀ ਬਹੁਤ ਹੋਵੇਗਾ। ਸੁਖੀ ਰਹਿਤ ਉਲਟੀ ਇਹ ਜਾਨੀ। ਗੁਰੂ ਨਾਨਕ ਸਾਹਿਬ ਜੀ ਨੇ ਸਮਝ ਲਿਆ ਵੀ ਇਹ ਸੁਖੀ ਤਾਂ ਵੇਖ ਰਿਹਾ ਹੈ, ਪਰ ਅਸਲ ਵਿੱਚ ਇਹਦੀ ਅਵਸਥਾ ਬਿਲਕੁਲ ਉਲਟ ਹੈ। ਬਾਹਰੋਂ ਜਿਹਨੂੰ ਤੁਸੀਂ ਹੱਸਦਾ ਵੇਖ ਰਹੇ ਹੋ ਉਹ ਅੰਦਰੋਂ ਪਰੇਸ਼ਾਨ ਹੈ, ਜਿਹਨੂੰ ਸੁਖੀ ਵੇਖ ਰਹੇ ਹੋ ਅੰਦਰੋਂ ਦੁਖੀ ਹੈ। ਸਤਿਗੁਰੂ ਜੀ ਸਮਝ ਗਏ ਕਿ ਇਹ ਜੋ ਸਮਝ ਰਿਹਾ ਬਿਲਕੁਲ ਇਹਦੀ ਅੰਦਰ ਦੀ ਹਾਲਤ ਉਹਦੇ ਤੋਂ ਉਲਟ ਹੈ। ਸੁਣ ਕੇ ਅਸ ਬੋਲੇ ਗੁਣ ਖਾਨੀ। ਜਦੋਂ ਭਾਈ ਮਰਦਾਨਾ ਜੀ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਤੇ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ, ਜਿਨਹਿ ਗਿਆਨ ਸੁਖੀਆ ਹੈ ਤੇਈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਐਵੇਂ ਨਾ ਹਰ ਇੱਕ ਨੂੰ ਸੁਖੀ ਕਹਿ ਦਿਆ ਕਰ। ਜੇ ਜਿਹਦੇ ਕੋਲ ਧਨ ਪਦਾਰਥ ਵੇਖੇ, ਚਾਰ ਨੌਕਰ ਵੇਖੇ, ਵਧੀਆ ਸੇਠ ਦੀ ਕੁਰਸੀ ਤੇ ਬੈਠਾ ਵੇਖਿਆ ਤੇ ਕਹਿ ਦਿੱਤਾ ਸੁਖੀ ਹੈ। ਮਹਾਰਾਜ ਕਹਿੰਦੇ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਜੀਵਨ ਦੀ ਸੋਝੀ ਨਹੀਂ, ਉਹ ਕਦੇ ਸੁਖੀ ਨਹੀਂ ਹੋ ਸਕਦਾ। ਬਿਨ ਸੂਰਜ ਕਬ ਨਹਿ ਦਿਨ ਆਹੀ। ਮਹਾਰਾਜ ਕਹਿੰਦੇ ਜਿਵੇਂ ਸੂਰਜ ਤੋਂ ਬਿਨਾਂ ਦਿਨ ਨਹੀਂ ਚੜ ਸਕਦਾ, ਜੇ ਸੂਰਜ ਚੜਿਆ ਹੈ ਤਾਂ ਹੀ ਦਿਨ ਚੜਿਆ ਨਾ, ਜੇ ਸੂਰਜ ਨਹੀਂ ਤਾਂ ਦਿਨ ਵੀ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗਿਆਨ ਤੋਂ ਬਿਨਾਂ ਸੋਝੀ ਨਹੀਂ, ਸੁੱਖ ਵੀ ਨਹੀਂ ਹੈ, ਜਿਵੇਂ ਸੂਰਜ ਤੋਂ ਬਿਨਾਂ ਦਿਨ ਨਹੀਂ ਚੜਦਾ। ਹੀਨ ਗਿਆਨ ਤਿਉ ਸੁਖ ਕੇ ਨਾਹੀ। ਇਸੇ ਤਰ੍ਹਾਂ ਗਿਆਨ ਤੋਂ, ਗਿਆਨ ਦਾ ਮਤਲਬ ਹੈ ਸੋਝੀ ਤੋਂ ਬਿਨਾਂ। ਆਪਣੇ ਆਪੇ ਦੀ ਸੋਝੀ ਵੀ ਹੋਣੀ ਚਾਹੀਦੀ ਹੈ ਵੀ ਅਸੀਂ ਮਨੁੱਖਾ ਜਨਮ ਵਿੱਚ ਆਏ ਹਾਂ, ਕਾਹਦੇ ਲਈ ਆਏ ਹਾਂ ਤੇ ਕਰਦੇ ਕੀ ਹਾਂ। ਜੇ ਸੋਝੀ ਨਹੀਂ ਹੈ ਤਾਂ ਹੀ ਤੇ ਮਹਾਰਾਜ ਨੇ ਆਖਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਮੁੱਕ ਚੱਲੀ ਪਰ ਤੈਨੂੰ ਅਜੇ ਸੋਝੀ ਨਹੀਂ ਆਈ, ਤੈਨੂੰ ਅਜੇ ਗਿਆਨ ਨਹੀਂ ਹੋਇਆ। ਇਸ ਲਈ ਸਾਹਿਬ ਕਹਿੰਦੇ ਸੂਰਜ ਤੋਂ ਬਿਨਾਂ ਦਿਨ ਨਹੀਂ ਚੜ ਸਕਦਾ, ਗਿਆਨ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਜੇ ਕਰ ਤੇਰੇ ਉਰ ਸੰਦੇਹੂ। ਹਾਂ ਭਾਈ ਮਰਦਾਨਾ ਜੀ, ਜੇ ਤੁਹਾਡੇ ਮਨ ਵਿੱਚ ਸੰਦੇਹ ਹੈ, ਸ਼ੰਕਾ ਹੈ ਕਿ ਇਹ ਦੁਖੀ ਹੋ ਹੀ ਨਹੀਂ ਸਕਦਾ, ਇਹ ਤੇ ਸਭ ਤੋਂ ਸੁਖੀ ਇਨਸਾਨ ਹੈ ਜਿਹਨੂੰ ਮੇਰੀ ਅੱਖ ਵੇਖ ਰਹੀ ਹੈ, ਜੇ ਤੁਹਾਨੂੰ ਕੋਈ ਮਨ ਵਿੱਚ ਸ਼ੰਕਾ ਹੈ, ਸ਼ਾਹ ਬੁਲਾਏ ਬੂਝ ਕਿਨ ਲੇਹੂ। ਇਦਾਂ ਕਰ ਉਸ ਸ਼ਾਹੂਕਾਰ ਦੇ ਕੋਲ ਉੱਠ ਕੇ ਜਾ ਤੇ ਜਾ ਕੇ ਉਹਨੂੰ ਬੁਲਾ ਕੇ ਉਹਨੂੰ ਪੁੱਛ ਲੈ। ਸੁਣ ਕਰ ਇਸ ਪ੍ਰਕਾਰ ਮਰਦਾਨੇ। ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਵੀ ਉਹਦੇ ਕੋਲ ਜਾ, ਉਹਦਾ ਹਾਲ ਪੁੱਛ, ਤੈਨੂੰ ਪਤਾ ਲੱਗ ਜਾਏਗਾ ਸੁਖੀ ਹੈ ਕਿ ਦੁਖੀ ਹੈ। ਸਤਿਗੁਰੂ ਮਹਾਰਾਜ ਦੇ ਬੋਲ ਸੁਣ ਕੇ ਸ਼ਾਹ ਸੰਗ ਤਬ ਬਚਨ ਬਖਾਨੇ। ਭਾਈ ਮਰਦਾਨਾ ਜੀ ਉਸੇ ਵੇਲੇ ਉੱਠ ਕੇ ਉਹਦੇ ਕੋਲ ਗਏ ਤੇ ਜਾ ਕੇ ਉਹਦੇ ਨਾਲ ਬਚਨ ਸਾਂਝੇ ਕਰਦੇ ਹਨ। ਸੁਖ ਵਿਸ਼ਾਲ ਮੈਂ ਤੁਮ ਕੋ ਜੇਵਾ। ਕਹਿਣ ਲੱਗੇ ਮੈਂ ਜਦੋਂ ਦਾ ਇੱਥੇ ਬੈਠ ਕੇ ਤੁਹਾਨੂੰ ਵੇਖ ਰਿਹਾ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਤੁਸੀਂ ਇਸ ਇਲਾਕੇ ਦੇ ਵਿੱਚ ਸਭ ਤੋਂ ਸੁਖੀ ਇਨਸਾਨ ਹੋ। ਕੌਣ ਪੁੰਨ ਕੇ ਜਾਤੇ ਹੋਵਾ। ਕਹਿੰਦੇ ਕਿਹੜਾ ਤੂੰ ਐਸਾ ਪੁੰਨ ਕੀਤਾ ਹੈ ਜਿਹਦੇ ਨਾਲ ਤੈਨੂੰ ਇੰਨਾ ਸੁੱਖ ਮਿਲ ਰਿਹਾ। ਅਸੀਂ ਵੀ ਸੁੱਖ ਕਿਹਨੂੰ ਸਮਝਦੇ ਹਾਂ? ਜੇ ਵਧੀਆ ਘਰ ਬਣ ਗਿਆ ਤੇ ਬੰਦਾ ਕਹਿੰਦਾ ਵੀ ਬੜਾ ਸੁਖੀ ਹੈ, ਜੇ ਵਧੀਆ ਗੱਡੀ ਆ ਗਈ ਤੇ ਇਹ ਸੁਖੀ ਹੈ, ਜਾਂ ਕੋਈ ਦੁਨੀਆ ਵਿੱਚ ਧਨ ਪਦਾਰਥ ਮਿਲ ਗਏ ਅਸੀਂ ਕਹਿੰਦੇ ਇਹਨੇ ਬੜਾ ਦਾਨ ਪੁੰਨ ਕੀਤਾ ਹੋਣਾ ਜੋ ਇਹਨੂੰ ਆਹ ਕੁਝ ਮਿਲ ਰਿਹਾ। ਅਸੀਂ ਸਿਰਫ ਮਾਇਆਵੀ ਤਲ ਤੇ ਰਹਿਣ ਵਾਲੇ ਮਾਇਆਵੀ ਖੇਡ ਨੂੰ ਹੀ ਸੁੱਖ ਸਮਝੀ ਬੈਠੇ ਹਾਂ, ਪਰ ਸੁੱਖ ਇਹ ਨਹੀਂ ਜਿਹੜਾ ਅਸੀਂ ਮੰਨ ਕੇ ਬੈਠੇ ਹਾਂ। ਹੁਣ ਧਿਆਨ ਲਾ ਕੇ ਸੁਣਿਓ, ਭਾਈ ਮਰਦਾਨਾ ਜੀ ਕਹਿੰਦੇ ਵੀ ਮੈਨੂੰ ਮੇਰੀ ਨਜ਼ਰ ਨੇ ਜੋ ਵੇਖਿਆ ਉਹ ਇਹ ਹੈ ਕਿ ਤੂੰ ਇਸ ਇਲਾਕੇ ਵਿੱਚ ਸਭ ਤੋਂ ਸੁਖੀ ਇਨਸਾਨ ਹੈ। ਤੂੰ ਕਿਹੜਾ ਐਸਾ ਪੁੰਨ ਕੀਤਾ ਜਿਹਦੇ ਕਰਕੇ ਤੈਨੂੰ ਸਾਰੇ ਸੁੱਖ ਮਿਲੇ ਹਨ? ਜਾਂ ਤੇ ਨਿਸ ਦਿਨ ਜਾਣਤ ਨਾਹੀ। ਕਹਿਣ ਲੱਗੇ ਨਿਸ ਦਿਨ ਜਿਹੜਾ ਉਹ ਮੈਂ ਨਹੀਂ ਜਾਣ ਪਾਵਾਂਗਾ ਜਿੰਨਾ ਚਿਰ ਤੂੰ ਦੱਸੇਗਾ ਨਹੀਂ। ਮਗਨ ਰਹੋ ਆਪਣੇ ਸੁਖ ਮਾਹੀ। ਤੇ ਜੇ ਤੂੰ ਨਹੀਂ ਦੱਸਣਾ ਚਾਹੁੰਦਾ ਤੇ ਆਪਣੇ ਸੁੱਖ ਵਿੱਚ ਹੀ ਤੂੰ ਮਗਨ ਰਹਿ, ਮਸਤ ਰਹਿ। ਪਰ ਮੇਰੇ ਮਨ ਵਿੱਚ ਸ਼ੰਕਾ ਸੀ, ਮੈਂ ਤਾਂ ਪੁੱਛਣ ਆਇਆ ਹਾਂ। ਲੱਖ ਦਰਵੇਸ਼ ਬੇਸ਼ ਮਨ ਮਾਹੀ। ਜਦੋਂ ਉਸ ਸ਼ਾਹੂਕਾਰ ਨੇ ਭਾਈ ਮਰਦਾਨਾ ਜੀ ਦੇ ਬੋਲ ਸੁਣੇ, ਲੱਖ ਦਾ ਅਰਥ ਹੈ ਜਾਣਨਾ, ਜਦੋਂ ਦੇਖਿਆ ਵੀ ਇਹ ਦਰਵੇਸ਼ ਵਾਲੇ ਕੱਪੜੇ ਪਾਏ ਹਨ, ਬੋਲੇ ਉਹ ਸ਼ਾਹ ਅਦਕ ਦੁਖ ਜਾਹੀ। ਕਹਿੰਦੇ ਉਸ ਸ਼ਾਹ ਨੇ ਵੇਖਿਆ ਵੀ ਇਹ ਤੇ ਰੱਬ ਦਾ ਪਿਆਰਾ ਕੋਈ ਫਕੀਰ ਲੱਗਦਾ ਹੈ, ਜਿਹਨੇ ਪਹਿਲੀ ਵਾਰ ਆ ਕੇ ਮੈਨੂੰ ਇਹ ਸਵਾਲ ਕੀਤਾ ਹੈ ਵੀ ਤੂੰ ਸੁਖੀ ਬੜਾ ਹੈ ਤੇ ਤੂੰ ਕਿਹੜਾ ਐਸਾ ਪੁੰਨ ਕੀਤਾ ਜਿਹਦੇ ਨਾਲ ਤੈਨੂੰ ਸੁੱਖ ਮਿਲਿਆ। ਸ਼ਾਹੂਕਾਰ ਫਿਰ ਉਹ ਬੋਲਿਆ, ਕਹਿਣ ਲੱਗਾ ਵੀ ਮੈਂ ਸੁਖੀ ਨਹੀਂ, ਬਹੁਤ ਦੁਖੀ ਹਾਂ, ਮੈਂ ਅੰਦਰੋਂ ਦੁੱਖਾਂ ਦੇ ਨਾਲ ਮੇਰਾ ਜੀਵਨ ਭਰਿਆ ਪਿਆ ਹੈ। ਸਰਬ ਜਗਤ ਮੈਂ ਮੋਹ ਸਮਾਨਾ। ਕਹਿਣ ਲੱਗੇ ਸਾਰੇ ਤੂੰ ਇਸੇ ਇਲਾਕੇ ਦੀ ਗੱਲ ਕਰਦਾ ਹੈ, ਮੈਨੂੰ ਤੇ ਇਦਾਂ ਲੱਗਦਾ ਵੀ ਜਿਵੇਂ ਸਾਰੇ ਜਗਤ ਵਿੱਚ ਮੇਰੇ ਤੋਂ ਵੱਧ ਦੁਖੀ ਕੋਈ ਹੋਰ ਨਹੀਂ ਹੋਵੇਗਾ। ਔਰ ਨ ਕਹੂ ਦੁਖੀ ਮਹਾਨਾ। ਮੇਰੇ ਤੋਂ ਵੱਡਾ ਕੋਈ ਦੁਖੀ ਨਹੀਂ ਹੋ ਸਕਦਾ, ਮੈਂ ਸਭ ਤੋਂ ਵੱਡਾ ਦੁਖੀ ਇਨਸਾਨ ਹਾਂ। ਤੇ ਬਾਬਾ ਫਰੀਦ ਸਾਹਿਬ ਨੇ ਵੀ ਤੇ ਆਖਿਆ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ। ਕਹਿੰਦੇ ਸਾਰੇ ਜਗਤ ਵਿੱਚ ਹੀ ਦੁੱਖ ਹੈ, ਪਰ ਮੈਨੂੰ ਲੱਗਦਾ ਸੀ ਕਿ ਦੁੱਖ ਮੇਰੇ ਕੋਲ ਹੀ ਹੈ, ਬਸ ਫਲਾਣਾ ਸੁਖੀ ਹੈ। ਪਰ ਨਹੀਂ, ਪਤਾ ਲੱਗਾ ਕਿ ਜਿਹਨੂੰ ਮੈਂ ਸੁਖੀ ਸਮਝਦਾ ਸੀ ਉਹ ਤੇ ਮੇਰੇ ਨਾਲੋਂ ਵੀ ਵੱਧ ਦੁਖੀ ਹੈ। ਅਸਲ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਫਿਰ ਸ਼ਬਦ ਉਚਾਰਨਾ ਹੈ ਜਿਹਦੇ ਵਿੱਚ ਸਾਰਾ ਦੱਸਣਾ ਵੀ ਕੌਣ ਕਿਵੇਂ ਕਿਵੇਂ ਦੁਖੀ ਹੈ। ਉਹਦੇ 'ਚ ਇੱਕ ਮੁੱਕਦੀ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰਦਾ ਚੱਲਾਂ, ਸਮਾਂ ਸਮਾਪਤ ਹੈ। ਮਹਾਰਾਜ ਨੇ ਸ਼ਬਦ ਉਚਾਰ ਕੇ ਸਾਰਿਆਂ ਦਾ ਜ਼ਿਕਰ ਕਰਨਾ ਹੈ, ਜਿਹਦੇ ਵਿੱਚ ਇੱਕ ਜ਼ਿਕਰ ਕਰਨਾ ਹੈ ਨਾਨਕ ਦੁਖੀਆ ਸਭ ਸੰਸਾਰ। ਨਾਨਕ ਜੀ ਕਹਿ ਰਹੇ ਨੇ ਕਿ ਸਾਰੇ ਸੰਸਾਰ ਦੇ ਜੀਵ ਹੀ ਦੁਖੀ ਨੇ। ਦੁੱਖ ਕਈ ਪ੍ਰਕਾਰ ਦੇ ਹੁੰਦੇ ਆ, ਸਭ ਤੋਂ ਵੱਡਾ ਦੁੱਖ ਉਸ ਮਾਲਕ ਤੋਂ ਵਿਛੜਨ ਦਾ ਹੈ। ਅਸੀਂ ਸਾਰੇ ਹੀ ਦੁਖੀ ਹਾਂ ਜਿੰਨੇ ਵੀ ਜਨਮ ਲੈ ਕੇ ਆਏ ਆ, ਕਿਉਂਕਿ ਵਿਛੜੇ ਹੋਏ ਆ ਤਾਂ ਹੀ ਆਏ ਆ।
ਤੇ ਜੇ ਵਿਛੜੇ ਨਾ ਹੁੰਦੇ ਫਿਰ ਜਨਮ ਵੀ ਨਹੀਂ ਸੀ ਹੋਣਾ। ਇਹਦਾ ਮਤਲਬ ਸਾਡੀ ਜੀਵ ਆਤਮਾ ਉਹਦੇ ਤੋਂ ਵਿਛੜ ਕੇ ਦੁਖੀ ਹੈ। ਅਸੀਂ ਆਪਣਾ ਦੁੱਖ ਉਹ ਮਹਿਸੂਸ ਕਰਕੇ ਆ ਕੇ ਬੇਨਤੀ ਕਰਿਆ ਕਰੀਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਆ, ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਨੂੰ ਉਹ ਸੁੱਖ ਦੇ ਦਿਓ ਜਿਹਦੇ ਨਾਲ ਅਸੀਂ ਮਨ ਆਤਮਾ ਕਰਕੇ ਸੁਖੀ ਹੋ ਸਕੀਏ। ਤੇ ਗੁਰੂ ਸਾਹਿਬ ਤਾਂ ਕਹਿੰਦੇ ਆ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਅਸੀਂ ਆਈਏ ਇੱਥੇ ਆ ਕੇ ਕਹੀਏ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ, ਨਾਮ ਹਰ ਸ਼ੋਭਾ ਚਿੰਤਾ ਲਾਏ ਹਮਾਰੀ। ਤੇ ਮਹਾਰਾਜ ਨੇ ਕਹਿਣਾ ਫਿਰ ਇੱਕ ਕੰਮ ਕਰ, ਜੇ ਤੂੰ ਸੁੱਖ ਲੈਣਾ ਨਾ ਫਿਰ ਬਹੁਤੀਆਂ ਮੰਗਾਂ ਮੰਗਣ ਦੀ ਬਜਾਏ ਇੱਕ ਮੰਗ ਮੰਗ ਲੈ, ਸਾਰੇ ਸੁੱਖ ਤੈਨੂੰ ਉਹਦੇ ਵਿੱਚੋਂ ਹੀ ਮਿਲ ਜਾਣਗੇ। ਆਪਣਾ ਨਾਮ ਦੇਹੋ 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 ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਨਾਨਕ ਚਾਹੋ ਇਹੋ ਨਾਨਕ ਚਾਹੋ ਇਹੋ ਨਾਨਕ ਚਾਹੋ ਇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਰਮੇਸ਼ਵਰ ਦੇ ਨਾਮ ਭਜਨ ਬੰਦਗੀ ਵਿੱਚ ਹੀ ਸੁੱਖ ਹੈ। ਇਹ ਸੁੱਖ ਦੀ ਦਾਤ ਮੰਗ ਕੇ ਨਾਮ ਰੰਗ ਵਿੱਚ ਰੰਗ ਜਾਈਏ, ਜਿਹਦੇ ਨਾਲ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।